ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹੀ ਮਹੱਲਾ ਪੰਜਵਾ। ਜੋ ਕਿਛ ਕਰੈ ਸੋਈ ਪ੍ਰਭ ਮਾਨਹਿ, ਓਏ ਰਾਮ ਨਾਮ ਰੰਗ ਰਾਤੇ। ਤੈਨ ਕੀ ਸ਼ੋਭਾ ਸਭਨੀ ਥਾਈ, ਜੈਨਾ ਪ੍ਰਭ ਕੇ ਚਰਨ ਪਰਾਤੇ। ਜੋ ਕਿਛ ਕਰੈ ਸੋਈ ਪ੍ਰਭ ਮਾਨਹਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗੀ ਅਟਲ ਸ਼ਬਦ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹੀ ਮਹੱਲਾ ਪੰਜਵਾ। ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਗੁਰਬਾਣੀ ਦੀ ਰਚਨਹਾਰ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੂਹੀ ਰਾਗ ਦੇ ਵਿੱਚ ਸ਼ੋਭਾਮਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਜੋ ਕਿਛ ਕਰੈ ਸੋਈ ਪ੍ਰਭ ਮਾਨਹਿ। ਜੋ ਇਹ ਭਾਈ ਸੰਤ ਜਨ ਕੁਝ ਵੀ ਬੇਨਤੀ ਕਰਦੇ ਨੇ, ਪ੍ਰਭੂ ਪਰਮਾਤਮਾ ਉਹੀ ਬੇਨਤੀ ਉਹਨਾਂ ਦੀ ਮੰਨ ਲੈਂਦਾ ਹੈ। ਓਏ ਰਾਮ ਨਾਮ ਰੰਗ ਰਾਤੇ। ਕਿਉਂਕਿ ਜਿਹੜੇ ਸੰਤ ਜਨ ਹਨ ਉਹ ਪਰਮੇਸ਼ਰ ਦੇ ਨਾਮ ਦੇ ਪ੍ਰੇਮ ਦੇ ਵਿੱਚ ਰਤੇ ਰਹਿੰਦੇ ਹਨ, ਰੰਗੇ ਰਹਿੰਦੇ ਨੇ। ਗੁਰ ਰੰਗੇ ਸੇ ਪਏ ਨੇ ਹਾਲ। ਇਸ ਕਰਕੇ ਜਿਹੜੇ ਮਹਾਰਾਜ ਦੇ ਨਾਮ ਦੇ ਪ੍ਰੇਮ ਰੰਗ 'ਚ ਰਤੇ ਰਹਿੰਦੇ ਉਹ ਨਿਹਾਲ ਹੋ ਜਾਂਦੇ। ਵਾਹਿਗੁਰੂ ਅਕਾਲ ਪੁਰਖ ਉਹਨਾਂ ਦੀ ਹਰੇਕ ਬੇਨਤੀ ਮਨਜ਼ੂਰ ਕਰ ਲੈਂਦਾ ਹੈ। ਖੁਦਾ मंजूर करता है। दुआ जब दिल से होती है, मुश्किल तो यही है कि ये मुश्किल से होती है। सो जे को बचन कमावे संतन का, सो गुर प्रसादी तरिया। संत फजूल व्यर्थ नहीं बोलते। ਜੇ ਜੀਆਂ ਦੇ ਤਾਂ ਹੀ ਉਪਦੇਸ਼ ਦਿੰਦੇ ਨੇ ਤਾਂ ਵੀ ਉਹਨਾਂ ਦੇ ਭਲੇ ਦਾ ਹੈ। ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਅਤੇ ਜੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ ਤਾਂ ਵੀ ਸਰਬੱਤ ਦੇ ਭਲੇ ਵਾਸਤੇ ਕਰਦੇ ਨੇ। ਜਿਵੇਂ ਧੰਨ ਭਗਤ ਬਾਬਾ ਫਰੀਦ ਜੀ ਇੱਕ ਵਾਰ ਦਰਿਆ ਦੇ ਕਿਨਾਰੇ 'ਤੇ ਬੈਠੇ ਹੋਏ ਸਨ। ਉਹ ਦਰਿਆ ਦੇ ਵਿੱਚ ਪੂਰੀ ਦਾ ਪੂਰਾ ਬੇੜਾ ਹੀ ਡੁੱਬ ਗਿਆ।
ਤੇ ਸਾਰੇ ਹੀ ਮਰ ਗਏ। ਜਿਹੜੇ ਉਹਨਾਂ ਦੇ ਸਾਕ ਸੰਬੰਧੀ ਸਨ ਉਹ ਆ ਕੇ ਰੋਣ ਲੱਗ ਪਏ। ਉਹਨਾਂ ਦੇ ਵਿੱਚੋਂ ਇੱਕ ਨੇ ਵੇਖਿਆ ਕਿ ਕੋਈ ਮਹਾਂਪੁਰਖ ਬੈਠੇ ਨੇ, ਦੁਖੀ ਇਨਸਾਨ ਹਰੇਕ ਅੱਗੇ ਤਰਲੇ ਮਾਰਦਾ ਹੈ। ਉਹਨੇ ਆਪਣਾ ਜਿਹੜਾ ਸੰਬੰਧੀ ਮੁਰਦਾ ਹੋਇਆ ਸੀ ਉਹਨੂੰ ਲਿਆ ਕੇ ਤੇ ਬਾਬਾ ਫਰੀਦ ਸਾਹਿਬ ਜੀ ਦੇ ਚਰਨਾਂ ਵਿੱਚ ਲਿਟਾ ਦਿੱਤਾ। ਆਖਿਆ, ਹੇ ਬਾਬਾ ਜੀ, ਕਿਰਪਾ ਕਰੋ, ਇਹ ਸਾਡਾ ਜਿਹੜਾ ਪ੍ਰਾਣੀ ਹੈ ਇਹਨੂੰ ਜੀਵਤ ਕਰ ਦਿਓ। ਬਾਬਾ ਜੀ ਨੇ ਖੁਦਾ ਦੇ ਚਰਨਾਂ ਵਿੱਚ ਬੇਨਤੀ ਕੀਤੀ ਤੇ ਉਹ ਜਿਉਂਦਾ ਹੋ ਕੇ ਉੱਠ ਕੇ ਬੈਠ ਗਿਆ। ਫਿਰ ਇਹ ਗੱਲ ਸਾਰਿਆਂ ਨੇ ਦੇਖੀ, ਇਹ ਫੈਲ ਗਈ। ਉਹ ਜਿੰਨੇ ਵੀ ਮਰੇ ਸਨ ਉਹ ਸਾਰੇ ਹੀ ਬਾਬਾ ਜੀ ਦੇ ਦੁਆਲੇ ਹੋ ਗਏ। ਉਹਨਾਂ ਸਾਰਿਆਂ ਨੇ ਆਪੋ ਆਪਣੇ ਮੁਰਦੇ ਲਿਆ ਕੇ ਬਾਬਾ ਜੀ ਅੱਗੇ ਰੋਣਾ ਸ਼ੁਰੂ ਕਰ ਦਿੱਤਾ। ਚੀਖ ਚਿਹਾੜਾ ਪੈਂਦਾ ਸੁਣ ਕੇ ਉਹ ਕਹਿਣ, ਸਾਡਾ ਵੀ ਕਿਰਪਾ ਕਰਕੇ ਇਹ ਬੰਦਾ ਜਿਉਂਦਾ ਕਰ ਦਿਓ ਜੀ, ਸਾਡੇ ਵੀ ਪ੍ਰਾਣੀ ਜਿਉਂਦੇ ਕਰ ਦਿਓ। ਬਾਬਾ ਜੀ ਬੜੇ ਦਿਆਲੂ ਮਹਾਂਪੁਰਖ ਸਨ, ਉਹਨਾਂ ਕੋਲੋਂ ਵੇਖ ਕੇ ਸਹਾਰਿਆਂ ਨਾ ਗਿਆ ਤੇ ਉਹਨਾਂ ਨੇ ਖੁਦਾ ਦੇ ਚਰਨਾਂ ਵਿੱਚ ਇਬਾਦਤ ਕੀਤੀ, ਅਰਦਾਸ ਕੀਤੀ, ਅਰਜ਼ੋਈ ਬੇਨਤੀ ਕੀਤੀ, ਖੁਦਾ ਅੱਲਾਹ ਤਾਲਾ ਹੈ, ਕਿਰਪਾ ਕਰ। ਇਹ ਵਿਚਾਰੇ ਬੜੇ ਦੁਖੀ ਨੇ, ਜਿਨ੍ਹਾਂ ਦੇ ਮਰੇ ਨੇ ਇਹਨਾਂ ਸਾਰਿਆਂ ਨੂੰ ਜਿਉਂਦੇ ਕਰ ਦੇ। ਦਾ ਆਕਾਸ਼ਬਾਣੀ ਹੋਈ, ਕਹਿੰਦੇ, ਫਰੀਦ ਤੂੰ ਬਹੁਤ ਵੱਡੀ ਬੇਨਤੀ ਕਰ ਰਿਹਾ ਹੈ। ਐਡੀ ਵੱਡੀ ਬੇਨਤੀ ਕਰਨੀ ਨਹੀਂ ਚਾਹੀਦੀ। ਇਹ ਜਿਹੜੀ ਅਰਦਾਸ ਤੂੰ ਕਰ ਰਿਹਾ ਹੈ ਇਹ ਸਾਡੇ ਪਾਣੀ ਵਿੱਚ ਦਖਲ ਦੇ ਰਿਹਾ ਹੈ। ਇਹ ਜਿੰਨੇ ਵੀ ਮਰੇ ਨੇ ਇਹਨਾਂ ਦੇ ਪਿਛਲੇ ਜਨਮਾਂ ਦੇ ਕਰਮ ਐਸੇ ਸਨ ਕਿ ਇਹਨਾਂ ਨੇ ਡੁੱਬ ਕੇ ਮਰਨਾ ਸੀ, ਸੋ ਇਹਨਾਂ ਦੇ ਕਰਮ ਭੁਗਤਾ ਦਿੱਤੇ ਨੇ। ਤੇ ਤੂੰ ਖਹਿੜਾ ਨਾ ਕਰ, ਤੂੰ ਆਪ ਦਾ ਬੰਦਗੀ ਵਿੱਚ ਲੀਨ ਹੋ ਜਾ। ਦੁਨੀਆ ਦਾ ਕੁਛ ਨਾ ਕੁਛ ਹੋਇਆ ਰਹਿੰਦਾ ਹੈ, ਰੋਂਦੀ ਰਹਿੰਦੀ ਹੈ। ਜੇ ਸਾਰਿਆਂ ਦੀਆਂ ਹੀ ਅਰਦਾਸਾਂ ਕਰਨ ਲੱਗ ਪਓ ਫਿਰ ਔਖਾ ਹੁੰਦਾ ਹੈ। ਤੂੰ ਆਪ ਦਾ ਕੰਮ ਕਰੀ ਜਾ, ਮੈਨੂੰ ਆਪਣਾ ਕੰਮ ਕਰਨ ਦੇ। ਕਹਿੰਦਾ, ਨਹੀਂ ਮਹਾਰਾਜ, ਇਹ ਲੋਕ ਮੇਰੇ ਕੋਲ ਰੋਂਦੇ ਵੇਖੇ ਨਹੀਂ ਜਾਂਦੇ, ਤੂੰ ਕਿਰਪਾ ਕਰਕੇ ਇਹਨਾਂ ਨੂੰ ਜਿਉਂਦੇ ਕਰ ਦੇ। ਇਹ ਸੁੱਖ ਦੇ ਨਾਲ ਆਪਣੇ ਘਰਾਂ ਨੂੰ ਜਾਣ। ਪੂਰੀ ਦਾ ਪੂਰਾ ਬੇੜਾ ਹੀ ਡੋਬਤਾ। ਹਮਾਰੇ ਕਹਿੰਦੇ ਇਹਨਾਂ ਦੇ ਕਰਮ ਸੀਗੇ, ਇਹਨਾਂ ਡੁੱਬ ਕੇ ਮਰਨਾ ਸੀ। ਮੈਂ ਵੀ ਕਿਹੜਾ ਚਾਹੁੰਦਾ ਕਿਸੇ ਨੂੰ ਮਾਰਨਾ, ਪਰ ਜੈਸਾ ਜੀਵਨ ਦਾ ਕਰਮ ਹੈ ਵੈਸਾ ਭੁਗਤਣਾ ਪੈਂਦਾ ਹੈ। ਕਹਿੰਦਾ, ਮਹਾਰਾਜ ਮੇਰੀ ਅਰਦਾਸ ਹੈ, ਜ਼ੋਰ ਤਾਂ ਕੋਈ ਨਹੀਂ। ਵਾਹਿਗੁਰੂ ਜੀ ਕਹਿਣ ਲੱਗੇ, ਫਰੀਦ ਜੀ ਤੂੰ ਵੇਖ ਲਾ, ਅਰਦਾਸ ਮੈਂ ਤੇਰੀ ਮੰਨ ਲੈਂਦਾ ਹਾਂ, ਪਰ ਇਹਨਾਂ ਬਦਲੇ ਤੈਨੂੰ ਭਗਤੀ ਦੇਣੀ ਪਏਗੀ। ਮੇਰੇ ਮਿਲਾਪ ਦੇ ਵਿੱਚ ਤੈਨੂੰ ਜ਼ਿਆਦਾ ਮੁਸ਼ੱਕਤ ਕਰਨੀ ਪਏਗੀ, ਤੈਨੂੰ ਜ਼ਿਆਦਾ ਟਾਈਮ ਲੱਗੇਗਾ, ਮਿਲਾਪ ਦੇ ਵਿੱਚ ਵਿਘਨ ਪੈ ਜਾਏਗਾ। ਜੇ ਤਾਂ ਬੰਦਗੀ ਕਰ ਸਕਦਾ ਹੈ ਫਿਰ ਤੂੰ ਅਰਦਾਸ ਕਰ। ਕਹਿੰਦਾ, ਜੀ ਮੈਂ ਕੋਈ ਨਹੀਂ, ਲੇਟ ਤੁਹਾਡੇ ਨਾਲ ਮਿਲ ਪਾਊਂ, ਆਪ ਦੀ ਬੰਦਗੀ ਕਰਕੇ ਜਿੰਨੀ ਕਹੋਗੇ ਕਰ ਲਾਂਗਾ, ਪਰ ਇਹ ਦੁਖੀ ਨੀਂਦ ਮੇਰੇ ਕੋਲ ਦੇਖੇ ਜਾਂਦੇ। ਤਾਂ ਫਰੀਦ ਦੀ ਅਰਦਾਸ ਤੋਰ ਦਰਗਾਹ ਦੇ ਵਿੱਚ ਸੁਣੀ ਗਈ ਤੇ ਖੁਦਾ ਨੇ ਉਹਨਾਂ ਸਾਰਿਆਂ ਨੂੰ ਜਿਉਂਦੇ ਕਰਕੇ ਘਰਾਂ ਨੂੰ ਭੇਜਤਾ। ਧੰਨ ਬਾਬਾ ਫਰੀਦ ਸਾਹਿਬ ਜੀ
ਉਹ ਇੱਕ ਅਰਦਾਸ ਕਰਨ ਦੇ ਬਦਲੇ ਸਾਰੀ ਉਮਰ ਤਰਲੇ ਮਾਰਦੇ ਰਹੇ ਕਿ ਮਹਾਰਾਜ ਮਿਲ ਪਾ, ਹੇ ਖੁਦਾ ਮੈਨੂੰ ਮਿਲ ਪਾ। ਉਹਨਾਂ ਦੇ ਸ਼ਲੋਕ ਪੜ੍ਹ ਕੇ ਵੇਖੋ, ਕਈ ਵਾਰ ਉਹ ਬੜੇ ਦੁਖੀ ਹੋ ਜਾਂਦੇ ਪ੍ਰੇਮ ਅਤੇ ਵੈਰਾਗ ਦੇ ਵਿੱਚ। ਬੁੱਢਾ ਹੋਆ ਸ਼ੇਖ ਫਰੀਦ, ਕੰਬਣ ਲੱਗੀ ਦੇਹ, ਜੇ ਸੋ ਮਰਿਆ ਜੀਵਨਾ ਵੀ ਤਨ ਹੋ ਸੀਖੇ। ਇਸੇ ਤਰ੍ਹਾਂ ਫਰੀਦਾ ਤਨ ਸੁੱਕਾ, ਪਿੰਜਰ ਥੀਆ ਤਲੀਆਂ ਖੁੰਡੇ ਕਾਗ, ਇਹ ਦੋਏ ਨੈਣਾ ਮਤ ਛੋਹ ਫਿਰ ਦੇਖਣਗੀ ਆਸ। ਤਪ ਕਰਦਿਆਂ ਦੇ ਵਰਮੀ ਜੰਮ ਗਈ ਤੇ ਕਾਮਾਂ ਨੇ ਜਿਹੜੀਆਂ ਅੱਖਾਂ ਸਨ ਉਹਨੂੰ ਚਮਕੀਲੀਆਂ ਚੀਜ਼ਾਂ ਜਾਣ ਕੇ ਠੂੰਗੇ ਮਾਰੇ। ਉਹਨਾਂ ਦੇ ਭਾਣੇ ਕੀਤਾ ਕੀ ਹੈ ਪਤਾ ਹੀ ਨਹੀਂ ਲੱਗਦਾ ਸੀ ਵੀ ਬੰਦਾ ਬੈਠਾ। ਚਾਰ ਸਵੇਰੇ ਮਿੱਟੀ ਜੰਮ ਗਈ ਸੀ, ਹੱਡੀਆਂ ਦਾ ਪਿੰਜਰ ਸਰੀਰ ਰਹਿ ਗਿਆ। ਇੰਨਾ ਤਪ ਕੀਤਾ, ਇੰਨੀ ਬੰਦਗੀ ਕੀਤੀ, ਫਿਰ ਵੀ ਕਹਿੰਦੇ ਕਿ ਇਹ ਜਿਹੜੀਆਂ ਅੱਖਾਂ ਨੇ ਇਹ ਕਾਮੋ, ਇਹਨਾਂ ਨੂੰ ਤੁਸੀਂ ਨਾ ਛੇੜੋ। ਮਾਸ ਤਾਂ ਖਾ ਲਿਆ ਹੈ ਤੁਸੀਂ ਜੀਵਾਂ ਜੰਤੂਆਂ ਨੇ, ਤੇ ਪਰ ਇਹ ਅੱਖਾਂ ਤਾਂ ਰਹਿਣ ਦਿਓ ਮੇਰੀਆਂ, ਕਿਉਂਕਿ ਵਾਹਿਗੁਰੂ ਦੇ ਵੇਖਣ ਦੀ ਆਸਾ ਹੈ। ਜੇ ਮਹਾਰਾਜ ਹੁਣੇ ਆ ਗਿਆ, ਅੱਖਾਂ ਤੋਂ ਬਗੈਰ ਮੈਂ ਕਿਵੇਂ ਦਰਸ਼ਨ ਕਰਾਂਗਾ। ਕੀਤਿਆਂ ਜੁਗ ਵਾਪਰੇ ਇਕਤ ਪਿਆ ਪਾਸ, ਤੇ ਇਉਂ ਕਹਿੰਦੇ ਇੱਕ ਪਾਸੇ ਪਿਆ ਕਿੰਨੇ ਜੁਗ ਲੰਘ ਗਏ। ਫਰੀਦਾ ਰਾਤੀ ਵੱਡੀਆਂ ਤੁਖ ਤੁਖ ਉੱਠਣ ਪਾਸ। ਵੱਡਾ ਬੰਦਾ ਨਾ ਤਾਂ ਬਹਿ ਸਕਦਾ, ਨਾ ਖਲੋ ਸਕਦਾ, ਨਾ ਲੰਮੇ ਪੈ ਸਕਦਾ। ਸਿਆਲੇ ਦੀਆਂ ਰਾਤਾਂ ਕਹਿੰਦੇ ਬੜੀਆਂ ਲੰਮੀਆਂ ਨੇ। ਰੱਬ ਦੇ ਵਿਛੋੜੇ ਵਿੱਚ ਸਾਡੀ ਉਹ ਰਾਤ ਨਹੀਂ ਲੰਘਦੀ। ਜਿਹੜਾ ਪਾਸਾ ਪਲਟੀਏ ਉਹ ਪਾਸਾ ਧੁਖਣ ਲੱਗ ਪੈਂਦਾ, ਸੇਕ ਨਿਕਲਣ ਲੱਗ ਪੈਂਦਾ। ਜੇ ਨੀਂਦ ਨਾ ਆਵੇ ਤਾਂ ਸਰੀਰ 'ਚੋਂ ਸੇਕ ਨਿਕਲਣ ਲੱਗ ਪੈਂਦਾ ਹੈ। ਫਰੀਦਾ ਰਾਤੀ ਵੱਡੀਆਂ ਤੁਖ ਤੁਖ ਉੱਠਣ ਪਾਸ, ਤੇਗ ਦਿਨਾਂ ਦਾ ਜੀਵਿਆ ਜਨਾ ਵਡਾਣੀ ਆਸ। ਸੋ ਇੰਝ 48 ਸਾਲਾਂ ਬਾਅਦ ਸ਼ੇਖ ਸ਼ਾਹ ਸ਼ਰਫ ਦੀ ਸੇਵਾ ਕੀਤੀ। ਉਹ ਪ੍ਰਸੰਨ ਹੋਏ। ਉਹਨਾਂ ਦੀ ਅਰਦਾਸ ਤੋਂ ਫਿਰ ਖੁਦਾ ਨੇ ਦਰਸ਼ਨ ਬਖਸ਼ੇ। ਫਿਰ ਪ੍ਰਤੱਖ ਵਾਹਿਗੁਰੂ ਜੀ ਦਾ ਸਰੂਪ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਬਾ ਜੀ ਨੂੰ ਮਿਲੇ, ਦਰਸ਼ਨ ਦਿੱਤੇ, ਉਪਦੇਸ਼ ਬਖਸ਼ਿਆ ਤੇ ਇਹਨੇ ਹਾਲ ਕੀਤਾ। ਇਉਂ ਜੋ ਕਿਛ ਕਰੈ ਸੋਈ ਪ੍ਰਭ ਮੰਨੈ। ਸੰਤ ਜਨ ਜੋ ਵੀ ਕੁਝ ਬੇਨਤੀ ਕਰਦੇ ਰੱਬ ਉਹਨਾਂ ਦੀ ਮੰਨਤਾ ਲੈਂਦਾ। ਕਈ ਵਾਰ ਖੁਦ ਉਹਨਾਂ ਨੂੰ ਆਪ ਦੁਖੀ ਹੋਣਾ ਪੈਂਦਾ, ਪਰ ਉਹ ਪਰਉਪਕਾਰ ਹਿਤ ਅਰਦਾਸ ਜ਼ਰੂਰ ਕਰ ਦਿੰਦੇ ਨੇ ਸਰਬੱਤ ਦੇ ਭਲੇ ਦੀ। ਹੰਸਾਲੀ ਵਾਲੇ ਮਹਾਂਪੁਰਖਾਂ ਬਾਬਤ ਮੈਂ ਕਈ ਪ੍ਰੇਮੀਆਂ ਕੋਲੋਂ ਪੁੱਛਿਆ ਕਿ ਉਹਨਾਂ ਦੇ ਸਰੀਰ ਦੇ ਉੱਪਰ ਜੋ ਫਲੂਏ ਦਿਖਾਈ ਦਿੰਦੇ ਨੇ ਕਿ ਉਹ ਸ਼ੁਰੂ ਤੋਂ ਹੀ ਸਨ। ਕਹਿੰਦੇ ਨਹੀਂ ਜੀ, ਪਹਿਲਾਂ ਤਾਂ ਸਰੀਰ ਬੜਾ ਸੁੰਦਰ ਸੀਗਾ। ਰੱਬ ਜਾਣੇ ਕਿਸੇ ਦੀ ਅਰਦਾਸ ਕਰ ਦਿੱਤੀ, ਕਿਸੇ ਦਾ ਕਸ਼ਟ ਆਪਦੇ ਸਰੀਰ 'ਤੇ ਲੈ ਲਿਆ। ਇੰਝ ਵੀ ਹੁੰਦਾ ਹੈ। ਰੱਬ ਦੇ ਘਰ ਦੀਆਂ ਗੱਲਾਂ ਕੌਣ ਜਾਣਦਾ। ਬਾਬਾ ਸੁੰਦਰ ਸਿੰਘ ਜੀ ਬਾਬਤ ਇੱਕ ਬਚਨ ਪ੍ਰਸਿੱਧ ਹੈ ਕਿ ਇੱਕ ਮਾਈ ਨੇ ਬੋਪਾ ਰਾਏ ਨਗਰ ਜਿੱਥੇ ਮਹਾਂਪੁਰਖ ਰਹਿੰਦੇ, ਰੋਜ਼ ਹੀ ਆ ਕੇ ਤਰਲੇ ਮਾਰਨੇ ਕਿ ਮੇਰਾ ਮੁੰਡਾ ਸਹੀ ਕਰ ਦਿਓ ਜੀ। ਉਹ ਬਹੁਤ ਜ਼ਿਆਦਾ ਬਿਮਾਰ ਸੀ, ਮੰਜੇ 'ਤੇ ਪਿਆ ਸੀਗਾ। ਸੰਤਾਂ ਨੇ ਕਹਿਣਾ ਬੀਬੀ ਬਾਣੀ ਪੜ੍ਹਿਆ ਕਰ। ਉਹਨੇ ਰੋਜ਼ ਹੀ ਆ ਕੇ, ਤੇ ਇੱਕ ਵਾਰ ਮਹਾਂਪੁਰਖ ਕਹਿਣ ਲੱਗੇ ਫਿਰ ਇੰਝ ਕਰੋ, ਸ੍ਰੀ ਅਖੰਡ ਪਾਠ ਸਾਹਿਬ ਕਰਾਓ।
ਮਰਿਆਦਾ ਦੇ ਨਾਲ ਸ਼ੁੱਧ ਅਖੰਡ ਪਾਠੀ ਲਾ ਕੇ ਉਹਨੇ ਜਥੇ ਦੇ ਸਿੰਘਾਂ ਦੇ ਕੋਲੋਂ ਹੀ ਅਖੰਡ ਪਾਠ ਸਾਹਿਬ ਕਰਵਾਇਆ। ਅਰਦਾਸ ਹੋਈ ਕੁਦਰਤ ਭਗਵਾਨ ਦੀ, ਉਹ ਮੁੰਡਾ ਰਾਜੀ ਨਹੀਂ ਹੋਇਆ। ਉਹ ਫਿਰ ਭੱਜੀ ਭੱਜੀ ਆਈ ਤੇ ਮਹਾਂਪੁਰਖ ਹੈਂਡ ਪੰਪ ਦੇ ਇਸ਼ਨਾਨ ਕਰਨ ਉਪਰੰਤ ਆਪਣੇ ਗਿੱਲੇ ਬਸਤਰ ਚੇਂਜ ਕਰ ਰਹੇ ਸਨ। ਇਸ਼ਨਾਨ ਅਜੇ ਕੀਤਾ ਹੀ ਸੀਗਾ, ਅੰਮ੍ਰਿਤ ਵੇਲੇ ਹੀ ਆ ਕੇ ਰੌਲਾ ਪਾਉਣ ਲੱਗ ਪਈ। ਕਹਿੰਦੀ ਵੇਖੋ ਬਾਬਾ ਜੀ, ਮੈਂ ਤੁਹਾਡੇ ਆਖੇ ਲਾ ਕੇ ਇੰਨਾ ਖਰਚਾ ਵੀ ਕੀਤਾ, ਜਿਸ ਤਰ੍ਹਾਂ ਤੁਸੀਂ ਆਖਿਆ ਉਸੇ ਤਰ੍ਹਾਂ ਅਖੰਡ ਪਾਠ ਸਾਹਿਬ ਵੀ ਕਰਵਾਇਆ, ਤੇ ਅਖੰਡ ਪਾਠ ਦਾ ਤਾਂ ਕੋਈ ਫਾਇਦਾ ਨਹੀਂ ਹੋਇਆ। ਮੁੰਡਾ ਤਾਂ ਮੇਰਾ ਉਸੇ ਤਰ੍ਹਾਂ ਹੀ ਹੈ। ਮਹਾਂਪੁਰਖ ਉਹ ਬੜੇ ਰੋਹ ਵਿੱਚ ਆਏ। ਕਹਿੰਦੀ ਹੈ ਬੀਬੀ, ਇਹ ਮਾਤਾ, ਅਖੰਡ ਪਾਠ ਦਾ ਫਾਇਦਾ ਕਿਉਂ ਨਹੀਂ ਹੋਇਆ? ਕਹਿੰਦੇ ਜੀ ਮੁੰਡਾ ਤਾਂ ਉਸੇ ਤਰ੍ਹਾਂ ਹੀ ਹੈ। ਕਹਿੰਦੇ ਇਹ ਤਾਂ ਹੋ ਨਹੀਂ ਸਕਦਾ ਕਿ ਅਖੰਡ ਪਾਠ ਦਾ ਲਾਭ ਨਾ ਮਿਲਿਆ ਹੋਵੇ। ਕਹਿੰਦੇ ਜੀ ਮੇਰਾ ਮੁੰਡਾ ਫਿਰ ਤੰਦਰੁਸਤ ਕਰੋ। ਮਹਾਂਪੁਰਖ ਕਹਿੰਦੇ ਬਾਣੀ ਦਾ ਲਾਭ ਤਾਂ ਮਿਲਦਾ ਹੀ ਹੈ। ਜਾ ਮਾਤਾ, ਤੇਰਾ ਮੁੰਡਾ ਅੱਜ ਤੋਂ ਬਾਅਦ ਮੰਜੇ ਤੋਂ ਉੱਠ ਖਲੋਊਗਾ। ਇਹ ਮਹਾਂਪੁਰਖਾਂ ਬਚਨ ਛੱਡਤਾ, ਉਹਨੂੰ ਮੰਜੇ ਤੋਂ ਉਠਾਤਾ ਤੇ ਆਪ ਮੰਜੇ 'ਤੇ ਲੇਟ ਗਏ। ਉਹਨਾਂ ਨੂੰ ਥੋੜ੍ਹਾ ਸਰੀਰ ਦੀ ਉਹ ਪੈਰਾਲਾਈਜ਼ ਦੀ ਪ੍ਰੋਬਲਮ ਪੈ ਗਈ। ਉਸੇ ਬਹਾਨੇ ਨਾਲ ਹੀ ਲੁਧਿਆਣਾ ਹੌਸਪੀਟਲ ਕਾਫੀ ਚਿਰ ਦਾਖਲ ਰਹੇ। ਉਹੀ ਬਹਾਨਾ ਲਾ ਕੇ ਫਿਰ ਚੜ੍ਹਾਈ ਕਰ ਗਏ। ਵੇਖੋ, ਮੰਗਣ ਵਾਲਾ ਮੰਗਤਾ, ਉਹਨੂੰ ਜੇਬ ਦੇ ਵਿੱਚੋਂ 10 ਰੁਪਈਏ ਦੇਣੇ ਔਖੇ ਹਨ। ਆਪਾਂ ਸਭ ਤੋਂ ਛੋਟਾ ਸਿੱਕਾ ਲੱਭਦੇ ਹਾਂ, ਕੋਈ ਰੁਪਈਏ ਦਾ, ਕੋਈ 2 ਰੁਪਈਏ ਦਾ। ਜੇਬ ਦੇ ਵਿੱਚੋਂ ਪੈਸੇ ਕੱਢਣੇ ਬੜੇ ਔਖੇ ਨੇ। ਕੋਈ ਘਰ ਵਿੱਚੋਂ ਚੀਜ਼ ਕਿਸੇ ਮੰਗਤੇ ਨੂੰ ਚੁੱਕ ਕੇ ਦੇਣੀ ਬੜੀ ਔਖੀ ਹੈ, ਖਾਸ ਕਰਕੇ ਜਿਹੜੀ ਆਪਣੀ ਜ਼ਰੂਰਤ ਵਾਲੀ ਹੋਵੇ। ਵਾਧੂ ਘਾਟੂ ਤਾਂ ਆਪਾਂ ਦੇ ਵੀ ਦਿੰਦੇ ਹਾਂ, ਪਰ ਸੰਤਾਂ ਦਾ ਸੁਭਾਅ ਵੇਖੋ, ਉਹ ਕਿਸੇ ਦਾ ਭਲਾ ਕਰਨ ਖਾਤਰ ਆਪਦੀ ਜਾਨ ਵੀ ਦਾਅ 'ਤੇ ਲਾ ਦਿੰਦੇ ਨੇ, ਆਪਦੀ ਤੰਦਰੁਸਤੀ ਵੀ ਦੂਜੇ ਨੂੰ ਅਰਦਾਸ ਕਰ ਦਿੰਦੇ, ਕਿਉਂਕਿ ਜਾਨ ਬਦਲੇ ਜਾਨ ਦੇਣੀ ਪੈਂਦੀ ਹੈ। ਰੱਬ ਦੇ ਭਾਣੇ ਵਿੱਚ ਸੰਤ ਦਖਲ ਨਹੀਂ ਦਿੰਦੇ, ਇਸ ਲਈ ਕਈਆਂ ਦਾ ਕਸ਼ਟ ਆਪਣੇ ਸਰੀਰ ਉੱਪਰ ਲੈ ਲੈਂਦੇ ਨੇ। ਬਹੁਤੀ ਦੂਰ ਕੀ ਜਾਣਾ, 8ਵੇਂ ਪਾਤਸ਼ਾਹ ਖੁਦ ਪਰਮਾਤਮਾ ਸੀਗੇ, ਪਰ ਉਹਨਾਂ ਸਾਰੀ ਦਿੱਲੀ ਦੀ ਬਿਮਾਰੀ ਜਿੰਨੀ ਵੀ ਸੀ ਆਪਣੇ ਸਰੀਰ 'ਤੇ ਹੰਢਾ ਲਈ। ਦੁਨੀਆ ਵੀ ਸੁਖੀ ਕਰ ਦਿੱਤੀ, ਭਾਣੇ 'ਚ ਵੀ ਦਖਲ ਨਹੀਂ ਦਿੱਤਾ। ਮਹਾਰਾਜ ਦੇ ਜੋ ਜੀਆਂ ਦੇ ਕਰਮ ਭੁਗਤਾਉਣ ਦਾ ਖੇਲ ਹੈ, ਉਹਦੇ ਵਿੱਚ ਵੀ ਦਖਲ ਨਹੀਂ ਦਿੱਤਾ ਤੇ ਸੰਗਤਾਂ ਦਾ ਵੀ ਭਲਾ ਕਰ ਦਿੱਤਾ। ਸਾਰੀ ਬਿਮਾਰੀ ਸਰੀਰ 'ਤੇ ਹੰਢਾ ਕੇ ਅੰਤਲੇ ਦਿਨਾਂ ਦੇ ਵਿੱਚ ਚੇਚਕ ਦੇ ਦਾਣੇ ਦਿਖਾਏ। ਅੱਖਾਂ ਬੜੀ ਮੁਸ਼ਕਲ ਖੋਲ੍ਹਦੇ ਸੀ, ਅੱਖਾਂ ਤੱਕ ਉਹ ਆ ਗਈ। ਬੜਾ ਟੈਂਪਰੇਚਰ ਹਾਈ ਕਰ ਲਿਆ, ਬਹੁਤ ਜ਼ਿਆਦਾ ਤਾਪ ਚੜ੍ਹਿਆ। ਉਸੇ ਬਹਾਨੇ ਨਾਲ ਹੀ ਮਹਾਰਾਜ 8.5 ਸਾਲ ਦੀ ਉਮਰ, ਛੋਟੀ ਜਿਹੀ ਅਵਸਥਾ ਵਿੱਚ, ਜਿੱਥੇ ਗੁਰਦੁਆਰਾ ਬੰਗਲਾ ਸਾਹਿਬ ਹੈ, ਇੱਥੇ ਸੰਗਤਾਂ ਨੂੰ ਤੰਦਰੁਸਤ ਕਰਦੇ ਰਹੇ। ਜਿੱਥੇ ਗੁਰਦੁਆਰਾ ਬਾਲਾ ਸਾਹਿਬ ਹੈ, ਇੱਥੇ ਮਹਾਰਾਜ ਬਾਬਾ ਬਸ ਹੈ ਬੀਚ ਬਕਾਲੇ, ਬਨ ਗੁਰ ਸੰਗਤ ਆਪ ਸੰਭਾਲੇ। ਸਰਬੱਤ ਦੇ ਭਲੇ ਹਿੱਤ ਆਪਦਾ ਸਰੀਰ ਵੀ ਬਲੀਦਾਨ ਕਰ ਗਏ, ਅੱਖਾਂ ਨੇਤਰ ਬੰਦ ਕਰ ਗਏ। ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਜਦ ਬ੍ਰਾਹਮਣਾਂ ਨੇ ਅਰਦਾਸ ਕੀਤੀ, ਪੰਡਤਾਂ ਨੇ ਸ਼ਿਵ ਜੀ ਦੀ ਚਿੱਠੀ ਦਿਖਾਈ, ਮਹਾਰਾਜ ਕੋਲ ਰਿਹਾ ਨਾ ਗਿਆ।
ਰੱਬ ਦੇ ਭਾਣੇ 'ਚ ਦਖਲ ਵੀ ਨਹੀਂ ਦਿੱਤਾ ਤੇ ਸਾਰੀ ਹਿੰਦੂ ਕੌਮ ਵੀ ਬਚਾ ਲਈ। ਆਪਣਾ ਆਪ ਸਾਰਾ ਕਸ਼ਟ ਦੁਨੀਆ ਦਾ ਆਪਦੀ ਝੋਲੀ ਪਵਾ ਕੇ ਸੀਸ ਬਲੀਦਾਨ ਦੇ ਕੇ ਉਹਨਾਂ ਨੂੰ ਸੁਖੀ ਕਰ ਦਿੱਤਾ। ਇਹੋ ਜਿਹੇ ਰੱਬ ਦੇ ਪਿਆਰੇ ਹੁੰਦੇ ਨੇ। ਮਹਾਰਾਜ ਉਹਨਾਂ ਦੀ ਗੱਲ ਕਦੀ ਨਹੀਂ ਮੋੜਦਾ। ਜੇ ਉਹ ਕਹਿ ਦੇਣ, ਏਡੇ ਏਡੇ ਵੱਡੇ ਲਿਖੀ ਹੋਏ ਨੇ ਦੁਨੀਆ ਦੇ ਵਿੱਚ, ਗੁਰੂ ਤਾਂ ਖੁਦ ਪਰਮਾਤਮਾ ਹੀ ਸੀਗੇ, ਉਹਨਾਂ ਬਾਰੇ ਤਾਂ ਆਪਾਂ ਕੀ ਕਹਿਣਾ। ਇੱਕ ਗੌਤਮ ਰਿਖੀ ਹੋਇਆ, ਗੌਤਮ ਰਿਖੀ ਸਤਯੁਗ ਦੇ ਵਿੱਚ। ਉਹਦੀ ਘਰਵਾਲੀ ਅਹਲਿਆ ਨੇ ਅਤੇ ਇੰਦਰ ਨੇ ਧਰਮ ਦੀ ਮਰਿਆਦਾ ਤੋਂ ਉਲਟ ਆਪਸ ਵਿੱਚ ਨਜਾਇਜ਼ ਸੰਬੰਧ ਕੀਤਾ ਤੇ ਗੌਤਮ ਨੂੰ ਗੁੱਸਾ ਆਇਆ। ਜਿੱਥੇ ਉਹਨੇ ਇੰਦਰ ਨੂੰ 1000 ਪਗਾਂ ਦਾ ਸ਼ਰਾਪ ਦਿੱਤਾ, ਆਪਣੀ ਬੇਟੀ ਅੰਜਨੀ ਨੂੰ ਬਿਨਾਂ ਆਨੰਦ ਕਾਰਜਾਂ ਤੋਂ, ਬਿਨਾਂ ਵਿਵਾਹ ਤੋਂ ਬੱਚੇ ਦੇ ਜਨਮ ਦਾ ਸ਼ਰਾਪ ਦਿੱਤਾ। ਉੱਥੇ ਅਹਲਿਆ ਆਪਣੀ ਘਰ ਵਾਲੀ ਨੂੰ ਕਹਿਣ ਲੱਗਾ ਕਿ ਤੂੰ ਪੱਥਰ ਬਣ। ਕਹਿਣ ਲੱਗੀ ਮਹਾਰਾਜ ਹੁਣ ਪੱਥਰ ਤਾਂ ਮੈਨੂੰ ਬਣਨਾ ਪਏਗਾ, ਪਰ ਮੇਰੀ ਮੁਕਤੀ ਕਦੋਂ ਹੋਏਗੀ? ਕਹਿੰਦੇ ਅਜੇ ਸਤਯੁਗ ਜਾ ਰਿਹਾ, ਫਿਰ ਦੁਆਪਰ ਆਏਗਾ, ਉਸ ਤੋਂ ਬਾਅਦ ਤ੍ਰੇਤਾ ਆਏਗਾ। ਤ੍ਰੇਤੇ ਵਿੱਚ ਰਾਮ ਜੀ ਆਉਣਗੇ, ਉਹ ਤੈਨੂੰ ਆਪਣਾ ਚਰਨ ਛੁਹਾਉਣਗੇ ਤਾਂ ਤੇਰੀ ਮੁਕਤੀ ਹੋਏਗੀ। ਕਹਿੰਦੀ ਮਹਾਰਾਜ, ਉਹ ਰੋਈ ਪਈ। ਘਗਿਆ ਕੇ ਗੌਤਮ ਰਿਖੀ ਦੇ ਪੈਰ ਫੜ ਲਏ। ਕਹਿੰਦੀ ਮਾਂ ਬੁਰਕੋ, ਹੇ ਸੰਤ ਜੀ, ਹੇ ਪਤੀ ਦੇਵ, ਗਲਤੀ ਹੋ ਜਾਂਦੀ ਹੈ, ਪਰ ਇੰਨਾ ਨਾ ਵਿਛੋੜੋ ਆਪ ਦੇ ਚਰਨਾਂ ਤੋਂ। ਮੈਂ 2-3 ਯੁੱਗ ਕਿੱਥੇ ਭਟਕਦੀ ਰਹਾਂਗੀ, ਆਪ ਤੋਂ ਵਿਛੜ ਕੇ ਦੁਖੀ ਹੋਵਾਂਗੇ। ਕਿਰਪਾ ਕਰੋ, ਇੰਨਾ ਨਾ ਵਿਛੋੜੋ, ਮੈਨੂੰ ਜਲਦੀ ਮਿਲੋ। ਤਾਂ ਵੇਖੋ ਰਿਖੀ ਕਿੱਡਾ ਤਗੜਾ ਹੋਇਆ, ਉਹਨੇ ਜੋਗੀ ਪਲਟਾਤਾ, ਪੂਰੇ ਦਾ ਪੂਰਾ ਜੋਗੀ ਪਲਟਾਤਾ। ਤੁਸੀਂ ਸੱਚ ਨਹੀਂ ਮੰਨੋਗੇ, ਇਹ ਬਕਾਇਦਾ ਹਿੰਦੂ ਮਿਥਿਹਾਸ ਸਟੋਰੀ ਲਿਖੀ ਹੋਈ ਹੈ। ਬਾਣੀ ਦੇ ਵਿੱਚ ਵੀ ਇਹਨਾਂ ਦਾ ਜ਼ਿਕਰ ਆਇਆ। ਗੌਤਮ ਤਪਾ ਅਹਲਿਆ ਇਸਤਰੀ, ਤਿਸ ਦੇਖ ਇੰਦਰ ਲੋਭਾਇਆ, ਸਹਿ ਸਰੀਰ ਚਿਹਨ ਪਗ ਹੋਏ, ਤਾਮਨ ਪਛੋਤਾਇਆ। ਕੋਈ ਜਾਣ ਨਾ ਭੂਲੇ ਭਾਈ, ਸੋ ਭੂਲੇ ਜਿਸਾ ਭੁਲਾਏ, ਬੁਝੇ ਜਿਸੇ ਬੁਝਾਈ। ਰਹਾਉ ਤਿਨ ਹਰੀ ਚੰਦ ਪ੍ਰਿਥਵੀ ਪਤ ਰਾਜੈ, ਕਾਗਦ ਕੀਮ ਨਾ ਪਾਈ। ਔਗਣ ਜਾਣੇ ਤਾਂ ਪੁੰਨ ਕਰੇ ਕਿਉਂ, ਕਿਉਂ ਨੇ ਖਾਸ ਵਿਕਾਈ। ਕਰੋ ਅਢਾਈ ਧਰਤੀ ਮੰਗੇ, ਬਾਮਣ ਰੂਪ ਬਹਾਨੇ, ਕਿਉਂ ਪਿਆਲ ਜਾਏ ਕਿਉਂ ਛਲੀਐ, ਜੇ ਬਲ ਰੂਪ ਪਛਾਨੈ। ਰਾਜਾ ਜਨਮੇਜਾ ਦੇ ਮਤੀ ਮਰਜ ਵਿਆਸ ਭਰਾਇਆ, ਤਿਨ ਘਰ ਜਗ 18 ਕਾਏ, ਕਿਰਤ ਨਾ ਚਲੇ ਚਲਾਇਆ। ਕੀਤੇ ਕਰਮ ਬੰਦੇ ਦੇ ਕਦੀ ਵੀ ਨਹੀਂ ਚੱਲਦੇ, ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਅਹਲਿਆ ਨੂੰ ਗੌਤਮ ਦੇ ਸ਼ਰਾਪ ਕਰਕੇ ਪੱਥਰ ਦਾ ਬਣਨਾ ਪਿਆ, ਪਰ ਜਦ ਉਹਨੇ ਅਰਦਾਸ ਕੀਤੀ, ਬੇਨਤੀ ਕੀਤੀ, ਤਾਂ ਗੌਤਮ ਰਿਖੀ ਨੇ ਵੇਖ ਲਓ ਮਰਜ਼ਾਦਾ ਹੀ ਬਦਲ ਦਿੱਤੀ। ਰੱਬ ਦੇ ਘਰ ਵੇਖੋ ਇੰਨੀ ਚੱਲਦੀ ਹੈ ਸੰਤਾਂ ਦੀ। ਰੱਬ ਆਪਦੀ ਕੀਤੀ ਉਹਨਾਂ ਦਾ ਮੋੜ ਲੈਂਦਾ, ਪਰ ਸੰਤਾਂ ਦਾ ਕਿਹਾ ਨਹੀਂ ਮੋੜਦਾ। ਕਹਿਣ ਲੱਗਾ ਕਿ ਤ੍ਰੇਤਾ ਪਹਿਲਾਂ ਆਏਗਾ, ਦੁਆਪਰ ਬਾਅਦ ਵਿੱਚ ਆਏਗਾ। ਪਹਿਲਾਂ ਕ੍ਰਿਸ਼ਨ ਨੇ ਪਹਿਲਾਂ ਆਉਣਾ ਸੀ ਦੁਆਪਰ ਦੇ ਵਿੱਚ, ਤੇ ਤ੍ਰੇਤਾ ਬਾਅਦ ਵਿੱਚ, ਰਾਮ ਨੇ ਬਾਅਦ ਵਿੱਚ ਆਉਣਾ ਸੀ। ਪਰ ਗੌਤਮ ਰਿਖੀ ਦੇ ਬਚਨ ਕਰਨ ਤੋਂ ਇੰਝ ਹੀ ਹੋਇਆ। ਤ੍ਰੇਤਾ ਪਹਿਲਾਂ ਆਇਆ, ਰਾਮ ਜੀ ਦਾ ਅਵਤਾਰ, ਤੇ ਦੁਆਪਰ ਬਾਅਦ ਦੇ ਵਿੱਚ ਆਇਆ। ਇਸ ਵਾਸਤੇ ਮਹਾਰਾਜ ਕਥਨ ਕਰਦੇ ਨੇ, ਜੋ ਕਿਛ ਕਰੈ ਸੋ ਸੋਈ ਪ੍ਰਭ ਮਾਨੈ। ਇਹ ਭਾਈ ਸੰਤ ਜਨ ਜੋ ਵੀ ਕੁਝ ਬਚਨ ਕਰ ਦਿੰਦੇ, ਬੇਨਤੀ ਕਰ ਦਿੰਦੇ, ਪਰਮਾਤਮਾ ਉਹੀ ਉਹਨਾਂ ਦੀ ਮੰਨ ਲੈਂਦਾ ਹੈ। ਓਏ ਰਾਮ
RAM ਨਾਮ ਰੰਗ ਰਾਤੇ। ਕਿਉਂਕਿ ਉਹ ਪਰਮੇਸ਼ਰ ਦੇ ਨਾਮ ਰੰਗ ਪ੍ਰੇਮ ਦੇ ਵਿੱਚ ਰਤੇ ਰਹਿੰਦੇ ਨੇ। ਇੱਕ ਘੁਮਿਆਰ ਜਾਤ ਦਾ ਭਾਈ ਬੁੱਧੂ, ਲਾਹੌਰ ਦਾ ਰਹਿਣ ਵਾਲਾ, ਉਹਨੇ ਪੰਜਵੇਂ ਪਾਤਸ਼ਾਹ ਸਾਧੂ ਅਰਜਨ ਦੇਵ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਮੈਂ ਕਰਜ਼ਾ ਚੁੱਕ ਕੇ ਆਵਾ ਤਿਆਰ ਕੀਤਾ, ਕਿਰਪਾ ਕਰੋ ਮੇਰਾ ਆਵਾ ਪੱਕ ਜਾਵੇ, ਮੇਰਾ ਕਰਜ਼ਾ ਲੈ ਜਾਵੇ। ਸਤਿਗੁਰੂ ਜੀ ਕਹਿੰਦੇ ਕਿ ਇੰਝ ਕਰੀ, ਆਪਣੇ ਘਰ ਜਾ ਕੇ ਸੰਗਤ ਨੂੰ ਪ੍ਰਸ਼ਾਦਾ ਛਕਾਈ ਤੇ ਸੰਗਤ ਦੇ ਕੋਲੋਂ ਅਰਦਾਸ ਕਰਾਈ। ਸੰਗਤ ਦੀ ਅਰਦਾਸ ਕੀਤੀ, ਸਤਿਗੁਰੂ ਜੀ ਮੋੜਦੇ ਨਹੀਂ ਹਨ। ਉਹਨੇ ਇੰਝ ਹੀ ਕੀਤਾ, ਸੰਗਤ ਨੂੰ ਘਰ ਬੁਲਾਇਆ। ਸੰਗਤ ਨੇ ਸੁਖਮਨੀ ਸਾਹਿਬ ਪੜ੍ਹਿਆ ਹੋਏਗਾ, ਕੀਰਤਨ ਵੀ ਕੀਤਾ, ਅਰਦਾਸ ਹੋਈ। ਉਸ ਤੋਂ ਬਾਅਦ ਲੰਗਰ ਵਰਤਿਆ। ਜਦ ਲੰਗਰ ਵਰਤ ਗਿਆ, ਪੂਰੀਆਂ ਪੰਗਤਾਂ ਲੱਗੀਆਂ ਹੋਈਆਂ ਸਨ ਤੇ ਸ਼ਲੋਕ ਕਾਮ ਕ੍ਰੋਧ ਆਲੋ ਮੋਹ, ਇਹ ਸ਼ਲੋਕ ਪੜ੍ਹਿਆ ਗਿਆ। ਸੰਗਤ ਬਿਲਕੁਲ ਪ੍ਰਸ਼ਾਦਾ ਛਕਣ ਨੂੰ ਤਿਆਰ ਬੈਠੀ ਤਾਂ ਇੱਕ ਗੁਰੂ ਦਾ ਸਿੱਖ, ਗੁਰੂ ਦੇ ਪਿਆਰ ਵਾਲਾ, ਜਿਹਨੂੰ ਭਾਈ ਕੋਦੜੀਆ ਜੀ ਵੀ ਕਹਿੰਦੇ ਸਨ, ਭਾਈ ਕਮਲੀਆ ਜੀ ਵੀ ਕਹਿੰਦੇ ਸੀ, ਇਹਦਾ ਨਾਮ ਸੀ ਭਾਈ ਲੱਖੂ ਪਟੋਲੀਆ। ਇਹ ਲੱਖੂ ਧਾੜਵੀ ਸੀ। ਪਹਿਲਾਂ ਖੇਮਕਰਨ ਦੇ ਇਲਾਕੇ ਦੇ ਵਿੱਚ ਧਾੜ ਮਾਰ ਕੇ, ਯਾਨੀ ਕਿ ਡਾਕਾ ਮਾਰ ਕੇ ਕਈਆਂ ਨੂੰ ਲੁੱਟ ਲੈਂਦਾ। ਲੋਕ ਇਹਦੇ ਨਾਮ ਤੋਂ ਥਰ ਥਰ ਕੰਬਦੇ। ਇੱਕ ਵਾਰ ਭਾਈ ਪੁਰਾਣਾ ਜੀ ਦੇ ਮੱਥੇ ਲੱਗਾ, ਕੋਈ ਵਿਆਹ ਜਾਂਦੀਆਂ ਮਾਈਆਂ ਦੇ ਨੇ ਕੱਪੜੇ ਤੱਕ ਲਵਾ ਲਏ, ਜਿੰਨਾ ਗਹਿਣਾ ਗੱਟਾ ਸੋਨਾ ਚਾਂਦੀ ਉਹਨਾਂ ਤੋਂ ਪੰਡ ਬੰਨ ਲਈ। ਕੱਪੜੇ ਤੇ ਗਹਿਣਿਆਂ ਦੀ ਪੰਡ ਬੰਨ ਕੇ ਭਾਈ ਪੁਰਾਣਾ ਜੀ ਦੇ ਅੱਗੇ ਲਿਆ, ਇਹਨੇ ਰੱਖੀ ਤੇ ਅੱਧਾ ਜਿੰਨਾ ਵੀ ਸਮਾਨ ਸੀ ਉਹ ਭੇਟਾ ਕਰਕੇ ਮੱਥਾ ਟੇਕਿਆ। ਕਹਿਣ ਲੱਗਾ, ਸੰਤ ਜੀ ਤੁਸੀਂ ਬੜੇ ਜਾਰੇ ਮਹਾਂਪੁਰਖ ਹੋ, ਮੈਂ ਸੁਖਣਾ ਸੁਖੀ ਸੀ ਸਵੇਰੇ ਜਾਣ ਤੋਂ ਪਹਿਲਾਂ ਕਿ ਮੈਨੂੰ ਮੋਟਾ ਮਾਲ ਮਿਲੇ, ਤੁਸੀਂ ਇੰਨਾ ਮੋਟਾ ਮਾਲ ਦਿਵਾਇਆ। ਮੈਂ ਆਖਿਆ ਸੀ ਮੈਂ 10ਵਾਂ ਹਿੱਸਾ ਦਸਵੰਧ ਭੇਟਾ ਕਰੂੰਗਾ ਤੇ ਲਓ ਮਹਾਰਾਜ, ਅੱਧਾ ਤੁਹਾਡਾ ਤੇ ਅੱਧਾ ਮੇਰਾ, 50-50, ਕਿਉਂਕਿ ਮਾਲ ਬੜਾ ਮੋਟਾ ਮਿਲਿਆ। ਭਾਈ ਪੁਰਾਣਾ ਜੀ ਪੰਜਵੇਂ ਪਾਤਸ਼ਾਹ ਤੋਂ ਗੁਰੂ ਕੇ ਸਿੱਖ ਸਨ, 6ਵੇਂ ਪਾਤਸ਼ਾਹ ਤੱਕ ਰਹੇ। ਇਹ ਪੰਜਵੇਂ ਪਾਤਸ਼ਾਹ ਦੇ ਵੇਲੇ ਦੀ ਸਾਖੀ ਹੈ। ਜੰਗਲ 'ਚ ਬੈਠੇ ਅੰਮ੍ਰਿਤਸਰ ਤੋਂ ਇੱਧਰ ਖੇਮਕਰਨ ਵਾਲੇ ਇਲਾਕੇ ਦੇ ਵਿੱਚ ਤੇ ਡੇਲੀ ਤਪ ਕਰਨ ਆਉਂਦੇ, ਜਾਂਦੀ ਬਾਕੀ ਲੱਕੜਾਂ ਦੀ ਪੰਡ ਲੈ ਜਾਂਦੇ। ਮੈਂ ਕੱਲ੍ਹ ਹੀ ਸ਼ਾਇਦ ਸ਼ਾਹੂਕਾਰ ਦੀ ਸਾਖੀ ਸੁਣਾਈ ਸੀ, ਜਿਹਨੂੰ ਭਾਈ ਪੁਰਾਣਾ ਜੀ ਨੇ ਸੁਖਮਨੀ ਸਾਹਿਬ ਦਾ ਪਾਠ ਸੁਣਾ ਕੇ ਤਾਰ ਦਿੱਤਾ। ਇਹ ਜਿਹੜਾ ਲੱਖੂ ਧਾੜਵੀ ਸੀ, ਇਹਨੂੰ ਦਬਕਾ ਮਾਰਿਆ। ਕਹਿੰਦੇ ਕੌਣ ਹੈ ਤੂੰ ਓਏ? ਕਹਿੰਦਾ ਜੀ ਮੈਂ ਲੱਖੂ ਹਾਂ, ਡਾਕੂ, ਇਸ ਇਲਾਕੇ ਦਾ ਮੰਨਿਆ ਪਰ ਮੰਨਿਆ, ਮੇਰਾ ਨਾਮ ਸੁਣ ਕੇ ਦੁਨੀਆ ਡਰਦੀ ਹੈ, ਤੁਸੀਂ ਨਹੀਂ ਮੈਨੂੰ ਜਾਣਦੇ। ਕਹਿੰਦੇ ਮੈਂ ਦੱਸਦਾ ਤੈਨੂੰ, ਤੂੰ ਵੱਡਾ ਡਾਕੂ ਬਣਿਆ ਫਿਰਦਾ। ਜੇ ਮੇਰੀ ਸੁਖਣਾ ਪੂਰੀ ਹੋ ਸਕਦੀ ਹੈ ਤੇ ਮੈਂ ਹੁਣੇ ਤੈਨੂੰ ਸ਼ਰਾਪ ਦੇ ਕੇ ਸਾੜ ਕੇ ਸਵਾਹ ਕਰ ਦਿਆਂਗਾ। 10 ਪੁੱਤ ਮੈਂ ਤੈਨੂੰ ਕਾਹਦੇ ਚੋਰੀ ਕਰਨ ਬਾਰੇ, ਡਾਕਾ ਮਾਰਨ ਬਾਰੇ ਆਖਿਆ, ਤੂੰ ਸਾਨੂੰ ਵੀ ਗੁਨਾਹਗਾਰ ਬਣਾ ਰਿਹਾ। ਆ ਕਿੰਨਾਂ ਦੇ ਕੱਪੜੇ ਲਾਹ ਕੇ ਲੈਂਦੇ ਵਿਚਾਰੀਆਂ ਮਾਈਆਂ ਬੀਬੀਆਂ, ਉਹਨਾਂ ਦੇ ਮਨ 'ਤੇ ਕੀ ਬੀਤੀ ਹੋਊਗੀ? ਉਹ ਰੋਂਦੀਆਂ ਹੋਣਗੀਆਂ, ਵਿਆਹ ਵਾਲੇ ਕੱਪੜੇ ਨੇ, ਉਹਨਾਂ ਕਿਤੇ ਜਾਣਾ ਹੋਊਗਾ। ਉਹ ਝਾੜੀਆਂ ਵਾਲੇ ਬੈਠੀਆਂ ਵਿਚਾਰੀਆਂ ਰੋ ਰਹੀਆਂ ਦੀ ਜਾਨ ਨੂੰ। ਕਹਿੰਦੇ ਜਾ ਇੱਥੋਂ ਨਿਕਲ ਜਾ, ਜਾ ਕੇ ਉਹਨਾਂ ਨੂੰ ਕੱਪੜੇ ਦੇ ਕੇ ਆ, ਫਿਰ ਸਾਡੇ ਨਾਲ ਗੱਲ ਕਰੀ, ਨਹੀਂ ਤਾਂ ਮੈਂ ਹੁਣੇ ਤੇਰੀ ਲੱਤ ਬਾਂਹ ਨਾ ਸੁੱਟੂਗਾ। ਪੂਰਨ ਮਹਾਂਪੁਰਖ ਉਹਨਾਂ ਦੇ ਬਚਨ ਦਾ ਅਸਰ ਹੁੰਦਾ। ਕਹਿੰਦਾ ਜੀ ਮਾਫ਼ ਕਰੋ, ਕੰਨਾਂ ਨੂੰ ਹੱਥ ਲਾਏ। ਕਹਿੰਦੇ ਜਾ ਪਹਿਲਾਂ, ਮਾਫ਼ ਬਾਅਦ 'ਚ ਕਰਾਂਗੇ। ਇਹ ਸਾਰਾ ਕੁਝ ਉਹਨਾਂ ਨੂੰ ਵਾਪਸ ਕਰਕੇ ਆ।
ਉਹਨਾਂ ਨੂੰ ਵਾਪਸ ਕੀਤਾ। ਫਿਰ ਆਇਆ, ਕਹਿੰਦੇ ਜੋ ਕੁਛ ਵੀ ਘਰ ਦੇ ਵਿੱਚ ਹੈ, ਲੁੱਟ ਦਾ ਸਮਾਨ ਸਭ ਵਾਪਸ ਕਰ ਦੇ। ਸਭ ਕੁਝ ਵਾਪਸ ਕਰਤਾ। ਕਹਿੰਦਾ ਜੀ ਕਿਰਪਾ ਕਰੋ, ਮੈਂ ਤੁਹਾਡਾ ਸਿੱਖ ਹਾਂ, ਆਪ ਮੇਰੇ ਗੁਰੂ ਹੋ, ਮੇਰੇ ਭਲੇ ਦਾ ਉਪਦੇਸ਼ ਬਖਸ਼ੋ। ਕਹਿੰਦੇ ਚੱਲ ਤੈਨੂੰ ਗੁਰੂ ਦੇ ਪੇਸ਼ ਕਰਦੇ ਹਾਂ। ਗੁਰੂਆਂ ਦੀ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈ ਪੁਰਾਣਾ ਜੀ ਪਰਉਪਕਾਰੀ ਲੱਖੂ ਧਾੜਵੀ ਨੂੰ ਸਤਿਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਲੈ ਕੇ ਆਏ। ਮਹਾਰਾਜ ਨੇ ਇਹੋ ਜਿਹੀ ਕਿਰਪਾ ਕੀਤੀ, ਜੇ ਕੋਈ ਮਾੜਾ ਬੰਦਾ, ਪਹਿਲੀ ਗੱਲ ਤਾਂ ਸੁਧਰਨਾ ਔਖਾ ਹੈ, ਜੇ ਰੱਬ ਦੀ ਕਿਰਪਾ ਨਾਲ ਸੁਧਰ ਜਾਏ ਤੇ ਫਿਰ ਬੜਾ ਚੜ੍ਹਦੀ ਕਲਾ ਵਾਲਾ ਬਣਦਾ, ਕਿਉਂਕਿ ਉਹਨੇ ਸਾਰਾ ਕੁਝ ਵੇਖਿਆ ਹੁੰਦਾ। ਮਨ ਮਾਰੇ ਬਿਨ ਭਗਤ ਨਾ ਹੋਈ, ਭਗਤੀ ਮਨ ਮਾਰੇ ਤੋਂ ਬਗੈਰ ਨਹੀਂ ਹੁੰਦੀ। ਤੇ ਜਦ ਉਹਨੇ ਸਭ ਕੁਝ ਹੀ ਵੇਖ ਲਿਆ, ਫਿਰ ਉਹ ਮਨ ਮਾਰ ਕੇ ਬੰਦਗੀ ਕਰਦੇ। ਭਾਈ ਲੱਖੂ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਜਪਜੀ ਸਾਹਿਬ ਦੇ ਪਾਠ ਹਰ ਰੋਜ਼ 25 ਕਰਨੇ ਸ਼ੁਰੂ ਕਰ ਦਿੱਤੇ। 25 ਪਾਠਾਂ ਦੇ ਪ੍ਰਤਾਪ ਕਰਕੇ ਗੁਰੂ ਸਾਹਿਬ ਨੇ ਉਹਨੂੰ ਬ੍ਰਹਮ ਗਿਆਨ ਬਖਸ਼ ਦਿੱਤਾ। ਅਤੇ ਲਾਹੌਰ ਦੀਆਂ ਗਲੀਆਂ ਦੇ ਵਿੱਚ ਇਹ ਕਮਲੀਆਂ ਵਾਂਗ ਤੁਰਿਆ ਫਿਰਦਾ ਰਹਿੰਦਾ। ਲੋਕ ਸਮਝਦੇ ਵੀ ਇਹ ਕਮਲਾ ਹੈ, ਪਰ ਸੀ ਬ੍ਰਹਮ ਗਿਆਨੀ। ਮੋਢੇ 'ਤੇ ਕਾਲੀ ਕਮਲੀ ਇਹਨੇ ਰੱਖੀ ਹੁੰਦੀ, ਕੱਪੜੇ ਇੰਜ ਦੇ ਹੀ ਪਾਏ ਹੁੰਦੇ। ਲੋਕ ਵੇਖ ਕੇ ਮੂੰਹ ਪਰਾਂ ਨੂੰ ਕਰ ਲੈਂਦੇ। ਅਤੇ ਜੇ ਕੋਈ ਕਹਿੰਦਾ ਪ੍ਰਸ਼ਾਦਾ ਛਕ ਲਓ, ਉਹਨੂੰ ਪੁੱਛਦਾ ਤੁਹਾਨੂੰ ਜਪਜੀ ਸਾਹਿਬ ਯਾਦ ਹੈ? ਜੇ ਤਾਂ ਜਪਜੀ ਸਾਹਿਬ ਯਾਦ ਹੁੰਦਾ, ਮੂੰਹ ਜ਼ਬਾਨੀ ਪੁੱਛਣਾ ਵੀ ਡੇਲੀ ਨਿਤਨੇਮ ਕਰਦੇ ਹੋ, ਫਿਰ ਉਹਦੇ ਹੱਥ ਦਾ ਪ੍ਰਸ਼ਾਦਾ ਛਕਣਾ। ਅਤੇ ਕਈਆਂ ਮਾਈਆਂ ਬੀਬੀਆਂ ਨੇ ਭਾਈ ਲੱਖੂ ਜੀ ਨੂੰ ਪ੍ਰਸ਼ਾਦਾ ਛਕਾਉਣ ਵਾਸਤੇ ਜਪਜੀ ਸਾਹਿਬ ਦਾ ਪਾਠ ਜ਼ਬਾਨੀ ਯਾਦ ਕਰ ਲਿਆ। ਇਉਂ ਇਹਨਾਂ ਦੇ ਪ੍ਰਚਾਰ ਦਾ ਇੱਕ ਵੱਖਰਾ ਤਰੀਕਾ ਸੀਗਾ। ਲੋਕ ਇਹਨਾਂ ਦੀ ਸੇਵਾ ਨੂੰ ਲੋਚਦੇ। ਲਾਹੌਰ ਦੀਆਂ ਗੁਰਸਿੱਖ ਮਾਈਆਂ ਬੀਬੀਆਂ ਨੇ ਬਹੁਤੀਆਂ ਨੇ ਜਪਜੀ ਸਾਹਿਬ ਇਹਨਾਂ ਦੇ ਆਖੇ ਯਾਦ ਕੀਤਾ। ਇਹਨੇ ਵੇਖਿਆ ਕਿ ਸੰਗਤ ਹੈ, ਜਾਣ ਬੁੱਝ ਕੇ ਜਾਂ ਵੈਸੇ ਹੀ ਲੇਟ ਆਇਆ। ਭਾਈ ਬੁੱਧੂ ਜੀ ਨੇ ਅੰਦਰ ਨਹੀਂ ਆਉਣ ਦਿੱਤਾ। ਸ਼ਾਇਦ ਨੌਕਰ ਖੜੇ ਸੀ, ਉਹਨਾਂ ਨਾ ਕਰ ਦਿੱਤੀ। ਅਤੇ ਭਾਈ ਬੁੱਧੂ ਨੂੰ ਪੁੱਛਿਆ, ਕਹਿੰਦੇ ਨਹੀਂ, ਹੁਣ ਤਾਂ ਸੰਗਤ ਬੈਠੀ ਹੋਈ ਹੈ ਅਤੇ ਇਹ ਲੇਟ ਕਿਉਂ ਆਇਆ ਹੈ, ਜਾਂ ਥੋੜ੍ਹਾ ਠਹਿਰ ਜਾਏ, ਬਾਅਦ ਵਿੱਚ ਸਹੀ। ਕਹਿੰਦਾ ਮੇਰੀ ਭਾਵਨਾ, ਮੈਂ ਪੰਗਤ 'ਚ ਬੈਠ ਕੇ ਸੰਗਤ ਦੇ ਨਾਲ ਛਕਣਾ ਹੈ, ਪਰ ਇਹਨੂੰ ਅੰਦਰ ਨਹੀਂ ਜਾਣ ਦਿੱਤਾ। ਗੇਟ ਤੋਂ ਬਾਹਰ ਖਿਲਾਰੀ ਰੱਖਿਆ। ਜਦ ਸੰਗਤ ਨੇ ਪ੍ਰਸ਼ਾਦਾ ਛਕ ਕੇ ਅਰਦਾਸ ਕੀਤੀ ਕਿ ਹੇ ਮਹਾਰਾਜ, ਭਾਈ ਬੁੱਧੂ ਦਾ ਵਾ ਪੱਕਾ ਨਿਕਲੇ, ਇਹਨੇ ਆਪਦੀਆਂ ਸੰਗਤਾਂ ਨੂੰ ਪ੍ਰਸ਼ਾਦਾ ਛਕਾਇਆ। ਉਹਨੇ ਬਾਹਰ ਖੜੇ ਨੇ ਅਰਦਾਸ ਵਿੱਚ ਹੀ ਬੋਲਦਾ, ਕਹਿਣ ਲੱਗਾ ਨਹੀਂ ਮਹਾਰਾਜ, ਇਹ ਝੂਠ ਬੋਲਦਾ ਹੈ, ਇਹਨੇ ਪ੍ਰਸ਼ਾਦਾ ਨਹੀਂ ਛਕਾਇਆ। ਸੰਗਤ ਨੇ ਅਰਦਾਸ ਕੀਤੀ ਵੀ ਮਹਾਰਾਜ, ਇਹਨੇ ਆਪਦੀ ਸੰਗਤ ਨੂੰ ਪ੍ਰਸ਼ਾਦਾ ਛਕਾਇਆ ਹੈ। ਕਹਿੰਦਾ ਨਹੀਂ ਮਹਾਰਾਜ, ਇਹ ਝੂਠ ਬੋਲਦਾ ਹੈ। ਇੱਕ ਬੰਦਾ ਦੇ ਬਾਹਰ ਭੁੱਖਾ ਖੜਾ ਵਿਚਾਰਾ ਤਰਲੇ ਮਾਰ ਰਿਹਾ, ਜਿਹਨੂੰ ਲੋੜ ਹੈ ਉਹਨੂੰ ਤਾਂ ਮਿਲਿਆ ਕੋਈ ਨਹੀਂ। ਬਲਕਿ ਇਹਨੂੰ ਭੁੱਖ ਨਹੀਂ ਸੀ ਲੱਗਦੀ, ਬ੍ਰਹਮ ਗਿਆਨੀ ਸੀਗਾ। ਸੰਗਤ ਦੇ ਦਰਸ਼ਨਾਂ ਦੀ ਮਨ ਦੀ ਭਾਵਨਾ ਸੀਗੀ ਅਤੇ ਗੁਰੂ ਕੇ ਲੰਗਰ ਨੂੰ ਸੀਤ ਪ੍ਰਸ਼ਾਦ ਸਮਝ ਕੇ ਛਕਣ ਆਇਆ। ਕਹਿੰਦਾ ਮਹਾਰਾਜ, ਇਹਨੇ ਮੈਨੂੰ ਨਹੀਂ ਪ੍ਰਸ਼ਾਦਾ ਛਕਾਇਆ। ਉਹਨਾਂ ਸੰਗਤ ਨੇ ਆਖਿਆ ਕਿ ਆਵਾ ਪੱਕਾ ਨਿਕਲੇ। ਕਹਿੰਦਾ ਮਹਾਰਾਜ, ਇਹਨੇ ਮੈਨੂੰ ਤਾਂ ਰੋਟੀ ਖਵਾਈ ਨਹੀਂ, ਇਸ ਲਈ ਇਹਦਾ ਆਵਾ ਕੱਚਾ ਰਹੇਗਾ, ਕੱਚਾ ਰਹੇਗਾ, ਕੱਚਾ ਰਹੇਗਾ। 3 ਬਚਨ ਕਰਕੇ ਅਰਦਾਸ ਦੇ ਵਿੱਚ ਹੀ ਉਹ ਫਤਿਹ ਉਹਨਾਂ ਬਾਅਦ 'ਚ ਬੁਲਾਈ, ਉਹ ਪਹਿਲਾਂ ਹੀ ਨਿਕਲ ਗਿਆ। ਭਾਈ ਬੁੱਧੂ ਦੇ ਕੰਨੀ ਆਵਾਜ਼ ਪਈ, ਕਹਿਣ ਲੱਗਾ ਤੂੰ ਵੱਡਾ ਆ, ਮਹਾਰਾਜ ਦੇ ਬਚਨ ਨੂੰ ਕੌਣ ਮੋੜ ਸਕਦਾ? ਅਤੇ ਬਾਅਦ ਦੇ ਵਿੱਚ ਮੁੜ ਕੇ ਪਛਤਾਵਾ ਵੀ ਹੋਇਆ, ਮਨ ਡਰਨ ਵੀ ਲੱਗ ਪਿਆ। ਫਿਰ ਇਹਨੂੰ ਲੱਭਿਆ ਵੀ, ਮੁੜ ਕੇ ਨਹੀਂ ਲੱਭਿਆ। ਇਹ ਪਤਾ ਨਹੀਂ ਕਿੱਧਰ ਨੂੰ ਚਲਾ ਗਿਆ। ਜਿਸ ਵਕਤ ਆਵੇ ਇਹਨੂੰ ਅੱਗ ਦਿੱਤੀ, ਅੱਗ ਦੇਣ ਤੋਂ ਬਾਅਦ ਆਵਾ ਠੰਡਾ ਹੋਇਆ। ਨਮੂਨੇ ਮਾਤਰ
ਇਹਨੇ 2 4 5 ਇੱਟਾਂ ਕੱਢ ਕੇ ਵੇਖੀਆਂ, ਕੋਈ ਬਿਲਕੁਲ ਕੱਚੀ, ਕੋਈ ਅੱਧ ਪੱਕੀ ਪਿੱਲੀ ਤੇ ਕੋਈ ਖੰਗਰ ਬਣੀ ਹੋਈ, ਕੋਈ ਇੱਟ ਚੱਜ ਦੀ ਨਹੀਂ ਸੀ। ਬੜਾ ਘਬਰਾ ਗਿਆ। ਜਿਉਂ ਦੌੜਿਆ ਲਾਹੌਰ ਤੋਂ ਅੰਮ੍ਰਿਤਸਰ ਸਾਹਿਬ ਆਇਆ। ਪੰਜਵੇਂ ਪਾਤਸ਼ਾਹ ਦੇ ਪੈਰ ਫੜ ਕੇ ਰੋਣ ਹੀ ਲੱਗ ਪਿਆ। ਕਹਿੰਦਾ ਮਹਾਰਾਜ ਮੈਂ ਤਾਂ ਮਾਰਿਆ ਗਿਆ, ਮੈਂ ਤਾਂ ਜਿਉਂਦਾ ਹੀ ਖਤਮ ਹੋ ਗਿਆ ਜੀ, ਮੈਨੂੰ ਤਾਂ ਡੁੱਬ ਕੇ ਮਰਨਾ ਪਊ। ਜਿਨ੍ਹਾਂ ਦੇ ਪੈਸੇ ਲਏ ਨੇ ਮੈਂ ਜ਼ਿੰਦਗੀ ਭਰ ਮੋੜਦਾ ਮਰ ਜਾਊਂਗਾ, ਮੇਰਾ ਤਾਂ ਕਰਜ਼ਾ ਨਹੀਂ ਉਤਰੇਗਾ, ਮਹਾਰਾਜ ਕਿਰਪਾ ਕਰੋ। ਹਮਾਰੇ ਕਹਿੰਦੇ ਕੀ ਹੋਇਆ? ਕਹਿੰਦੇ ਆਪ ਨੇ ਬਚਨ ਕੀਤਾ ਸੀਗਾ, ਰੋਟੀ ਖਵਾਈ ਹੈ? ਕਹਿੰਦਾ ਜੀ ਹਾਂ ਸਾਰਿਆਂ ਨੂੰ ਖਵਾਈ ਹੈ। ਇਹ ਕਹਿੰਦੇ ਹੋ ਤਾਂ ਸਕਦਾ ਨਹੀਂ ਕਿ ਆਵਾ ਕੱਚਾ ਰਹਿੰਦਾ, ਜੇ ਪ੍ਰਸ਼ਾਦਾ ਛਕਾਇਆ ਹੈ ਤੇ ਫਿਰ ਆਵਾ ਪੱਕਣਾ ਚਾਹੀਦਾ ਸੀ, ਕੋਈ ਖਾਲੀ ਤਾਂ ਨਹੀਂ ਮੁੜਿਆ। ਕਹਿੰਦੇ ਜੀ ਸੰਗਤ ਨੂੰ ਤਾਂ ਪ੍ਰਸ਼ਾਦਾ ਛਕਾਇਆ। ਕਹਿੰਦੇ ਕੋਈ ਵਾਂਝਾ ਤਾਂ ਨਹੀਂ ਰਿਹਾ? ਕਹਿੰਦਾ ਮਹਾਰਾਜ ਇੱਕ ਗਰੀਬੜਾ ਜਿਹਾ ਸਿੱਖ ਪਤਾ ਨਹੀਂ ਕਿੱਧਰੋਂ ਆਇਆ, ਉਹ ਥੋੜ੍ਹਾ ਲੇਟ ਆਉਣ ਨਾਲ ਪਹਿਰੇਦਾਰਾਂ ਅੱਗੇ ਨਹੀਂ ਆਉਣ ਦਿੱਤਾ। ਮੈਨੂੰ ਪੁੱਛਿਆ, ਮੈਂ ਵੀ ਆਖਿਆ ਵੀ ਸੰਗਤ ਬੈਠੀ ਹੈ ਡਿਸਟਰਬ ਹੋਊਗੀ, ਅਤੇ ਇਸ ਵਾਸਤੇ ਉਹਨੇ ਅਰਦਾਸ ਦੇ ਵਿੱਚ ਬਚਨ ਕੀਤਾ ਸੀਗਾ। ਜਦ ਸੰਗਤ ਨੇ ਆਵਾ ਪੱਕੇ ਦੀ ਅਰਦਾਸ ਕੀਤੀ, ਉਹ ਬਾਹਰ ਹੀ ਖਲੋਤਾ ਬੋਲੀ ਗਿਆ ਵੀ ਆਵਾ ਕੱਚਾ ਰਹੇਗਾ। ਮਾਰੇ ਕਹਿੰਦੇ ਹਾਂ, ਉਹ ਸਿੱਖ ਆਮ ਸਿੱਖ ਨਹੀਂ ਸੀਗਾ, ਉਹ ਬ੍ਰਹਮ ਗਿਆਨੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਦਾ ਪਾਤਰ 25 ਪਾਠ ਜਪਜੀ ਸਾਹਿਬ ਦੇ ਕਰਦਾ ਹੈ। ਉਹ ਸਾਡਾ ਅਤੀ ਪਿਆਰ ਵਾਲਾ ਸਿੱਖ ਹੈ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਉਹਦੀ ਰਸਨਾ ਦੀ ਸਾਡਾ ਨਿਵਾਸ ਹੈ। ਜੋ ਉਹਨੇ ਕਹਿਤਾ ਅਸੀਂ ਆਪ ਦਾ ਬਚਨ ਵਾਪਸ ਲੈਂਦੇ ਹਾਂ। ਕਹਿੰਦਾ ਮਹਾਰਾਜ ਆਪ ਨੇ ਤਾਂ ਬਚਨ ਕੀਤਾ ਸੀ। ਮਰ ਕਹਿੰਦੇ ਮੈਂ ਆਪ ਦਾ ਬਚਨ ਵਾਪਸ ਲੈਣਾ ਬਾਈ, ਆਪਣਾ ਮੈਂ ਝੂਠਾ ਕਰਦਾ ਬਚਨ, ਪਰ ਸਿੱਖ ਦਾ ਬਚਨ ਨਹੀਂ ਮੈਂ ਮੋੜ ਸਕਦਾ, ਕਿਉਂਕਿ ਉਹ ਲੇਹ ਵਾਲਾ ਸਿੱਖ ਹੈ। ਜੋ ਉਹਨੇ ਕਹਿਤਾ ਉਹ ਸਾਨੂੰ ਮੰਨਣਾ ਪਏਗਾ। ਉਹ ਪ੍ਰੇਮੀ ਸਿੱਖ ਹੈ, ਉਹਨੇ ਮਹਾਰਾਜ ਦੇ ਪਿਆਰ ਦੇ ਵਿੱਚ ਬਚਨ ਕੀਤਾ। ਕਹਿੰਦਾ ਜੀ ਮੈਂ ਤਾਂ ਫਿਰ ਗਰੀਬ ਮਾਰਿਆ ਗਿਆ, ਜੇ ਉਹ ਤੁਹਾਡਾ ਸਿੱਖ ਹੈ ਤੇ ਮੈਂ ਵੀ ਮਹਾਰਾਜ ਆਪ ਦਾ ਹੀ ਸਿੱਖ ਹਾਂ, ਮੇਰਾ ਵੀ ਬਚਾ ਕਰੋ ਜੀ, ਮੈਂ ਤਾਂ ਮਰ ਜਾਊਂਗਾ ਜੀ, ਮੈਂ ਤਾਂ ਇੱਥੇ ਰਹੂੰਗਾ, ਮੈਂ ਕਿੱਥੇ ਜਾਊਂਗਾ, ਮੇਰਾ ਵੀ ਭਲਾ ਕਰੋ, ਮੈਂ ਵੀ ਆਪ ਦਾ ਸਿੱਖ ਹਾਂ। ਕਿੱਡੀ ਦੂਰ ਤੋਂ ਵੇਖੋ, ਆ ਦੂਜੀ ਵਾਰ ਆਇਆ ਹਾਂ, ਤੁਹਾਡਾ ਬਚਨ ਬਣ ਕੇ ਪ੍ਰਸ਼ਾਦ ਵੀ ਛਕਾਇਆ। ਅੱਛਾ ਫਿਰ ਮਹਾਰਾਜ ਕਹਿਣ ਲੱਗੇ ਵੀ ਚਲੋ ਇੰਜ ਕਰਦੇ ਆ, ਗੁਰੂ ਨਾਨਕ ਸਾਹਿਬ ਦਿਆਲੂ ਕਿਰਪਾਲੂ ਨੇ ਤੇਰੀ ਲਾਜ ਵੀ ਰੱਖਣਗੇ, ਤੇ ਤੂੰ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰ, ਮੱਥਾ ਟੇਕ, ਇਸ਼ਨਾਨ ਪਾਣ ਕਰ, ਲੰਗਰ ਪਾਣੀ ਛਕ, ਹੌਸਲਾ ਰੱਖ। ਤੇਰੇ ਆਵੇ ਦੀਆਂ ਇੱਟਾਂ ਤਾਂ ਉਂਝ ਹੀ ਰਹਿਣਗੀਆਂ ਜਿਸ ਤਰ੍ਹਾਂ ਤੂੰ ਵੇਖ ਕੇ ਆਇਆ, ਕੱਚੀਆਂ ਬਿੱਲੀਆਂ, ਪਰ ਗੁਰੂ ਸਾਹਿਬ ਦੀ ਕਿਰਪਾ ਨਾਲ ਵਿਕ ਜਾਣਗੀਆਂ ਪੱਕੀਆਂ ਦੇ ਭਾਅ। ਗੱਲ ਤਾਂ ਕਰਜ਼ੇ ਦੀ ਹੈ ਨਾ, ਕਰਜ਼ਾ ਵੀ ਉਤਰ ਜਾਏਗਾ ਤੇ ਤੂੰ ਖੁਸ਼ਹਾਲ ਵੀ ਹੋ ਜਾਏਗਾ, ਪਰ ਸਿੱਖ ਦਾ ਬਚਨ ਪੂਰਾ ਰਹੇਗਾ। ਇੱਟਾਂ ਬਿੱਲੀਆਂ ਹੀ ਰਹਿਣਗੀਆਂ, ਉਹਨੂੰ ਨਹੀਂ ਮੈਂ ਪਕਾ ਸਕਦਾ। ਇਉਂ ਸਾਧ ਸੰਗਤ ਜੀ, ਉਹ ਭਾਈ ਪਟੋਲੀਆ, ਭਾਈ ਕਮਲੀਆ, ਭਾਈ ਲੱਖੋ, ਇੱਕੋ ਹੀ ਸਿੱਖ ਦੇ 3 ਨਾਮ ਨੇ। ਜਿਹੜਾ ਜੋ ਮੂੰਹ ਆਇਆ, ਵੱਡੇ ਬੰਦੇ ਨੂੰ ਸਹੀ ਬੁਲਾਉਂਦੇ ਨੇ, ਸਿੰਘ ਸਾਹਿਬ, ਫਲਾਣਾ ਸਿੰਘ ਖਾਲਸਾ। ਜਿਹੜੇ ਮੇਰੇ ਤੇਰੇ ਵਰਗੇ ਗਰੀਬ ਗੁਰਬੇ, ਉਹਨਾਂ ਨੂੰ ਤਾਂ ਐਵੇਂ ਹੀ ਬੁਲਾਉਂਦੇ ਹਨ। ਦੁਨੀਆ ਦੀ ਰੀਤੀ ਹੈ, ਜਿਹੜਾ ਮਰਜ਼ੀ ਨਾਂ ਰੱਖ ਲੈਂਦੇ ਨੇ। ਤੇ ਇਸ ਤਰ੍ਹਾਂ ਬਾਹਰੀ ਸਰੂਪ ਉਹਦਾ ਜਾਣਗੇ, ਜਿਸ ਤਰ੍ਹਾਂ ਮਰਜ਼ੀ ਕੋਈ ਬੁਲਾ ਲੈਂਦਾ। ਲੋਕਾਂ ਨੇ ਆਪਣੇ ਨਾਮ ਬਣਾਏ ਹੋਏ ਸੀਗੇ, ਪਰ ਸੀ ਉਹ ਮਹਾਂਪੁਰਖ, ਗੁਰੂ ਸਾਹਿਬ ਨੇ ਉਹਦਾ ਬਚਨ ਨਹੀਂ ਮੋੜਿਆ ਹੈ। ਇੰਜ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ। ਸੋਹੀ ਮਹੱਲਾ ਪੰਜਵਾ, ਜੋ ਕਿਛ ਕਰੈ ਸੋਈ ਪ੍ਰਭ ਮਾਨੈ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨੇ, ਗੁਰਦੁਆਰੇ ਤਾਂ ਸੰਤਾਂ ਦੀ ਚੱਲਦੀ ਹੈ। ਕਈ ਵਾਰ ਪੜ੍ਹੇ ਲਿਖੇ ਗੁਰਮੁਖ ਈਰਖਾ ਕਰਦੇ ਨੇ ਵੀ ਅੱਖਰ ਤਾਂ ਇਹਨਾਂ ਨੂੰ ਇੱਕ ਨਹੀਂ ਆਉਂਦਾ,
ਇਹ ਪ੍ਰਧਾਨ ਬਣੇ ਹੋਏ, ਮੁਖੀ ਬਣੇ ਹੋਏ, ਅਸੀਂ ਕਿਉਂ ਨਹੀਂ ਅੱਗੇ ਆ ਸਕਦੇ? ਪਰ ਇੱਥੇ ਗੱਲ ਚੱਲਦੀ ਹੈ ਸੇਵਾ ਦੀ। ਜਿੰਨਾ ਵੀ ਬੰਦਾ ਵੱਧ ਪੜ੍ਹ ਜਾਏ ਉਹ ਸੇਵਾ ਛੱਡ ਦਿੰਦਾ। ਜਿਹੜੇ ਮਾਲਾ ਫੇਰਦੇ ਨੇ ਅਤੇ ਸੇਵਾ ਕਰਦੇ ਨੇ ਉਹ ਅਨਪੜ੍ਹ ਅਤੇ ਕਮਲੇ ਬੰਦੇ ਬਹੁਤੇ ਹੁੰਦੇ ਨੇ। ਪੜ੍ਹੇ ਲਿਖੇ ਨਾ ਤਾਂ ਪਾਠ ਪੂਜਾ ਕਰਦੇ ਅਤੇ ਨਾ ਸੇਵਾ ਦੇ ਵਿੱਚ ਰੁਚੀ ਰੱਖਦੇ ਨੇ। ਉਹਨਾਂ ਦੇ ਭਾਣੇ ਤਾਂ ਬਾਣੀ ਇੱਕ ਜੀਵਨ ਜਾਚ ਹੈ। ਦੂਜਾ ਵੀ ਪਾਠ ਕਰਦਾ ਜਾਂ ਭਜਨ ਬੰਦਗੀ ਵਾਲਾ ਹੋਏ ਉੱਥੇ ਵੀ ਤਰਕ ਕਰਦੇ ਹਨ। ਅੱਜ ਕੱਲ੍ਹ ਇਹੀ ਕੁਛ ਚੱਲ ਰਿਹਾ। ਦੁਨੀਆ ਬਹੁਤੀ ਪੜ੍ਹ ਲਿਖ ਗਈ ਹੈ, ਡਿਪਲੋਮੇ ਡਿਗਰੀਆਂ ਦਾ ਆਮ ਹੀ ਆ ਪੜ੍ਹਾਈ ਲਿਖਾਈ, ਅਤੇ ਇਸ ਵਾਸਤੇ ਸੇਵਾ ਵਾਲਿਆਂ ਨੂੰ ਉਹ ਤਰਕ ਕਰਦੇ ਨੇ, ਮਖੌਲ ਕਰਦੇ ਨੇ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਗੁਰੂ ਘਰ ਤਾਂ ਨਾਮ ਅਭਿਆਸੀ ਅਤੇ ਸੇਵਾ ਵਾਲਿਆਂ ਦੀ ਪ੍ਰਧਾਨਗੀ ਹੈ। ਇੱਥੇ ਤਾਂ ਉਹਨਾਂ ਦੀ ਚੱਲਦੀ ਹੈ। ਇੱਥੇ ਦੀ ਗੱਲ ਤਾਂ ਕੀ ਕਹਿਣੀ, ਰੱਬ ਦੇ ਘਰ ਪਰਮਾਤਮਾ ਵੀ ਸੱਚਖੰਡ ਤੁਰ ਦਰਗਾਹ ਦੇ ਵਿੱਚ ਵੀ ਜਿਹੜਾ ਵਾਹਿਗੁਰੂ ਹੈ ਉਹਨਾਂ ਦੀ ਅਰਦਾਸ ਬੇਨਤੀ, ਉਹਨਾਂ ਦਾ ਵਚਨ ਖੁਦ ਆਪ ਮੰਨਦਾ ਹੈ। ਹੋਏ ਰਾਮ ਨਾਮ ਰੰਗ ਰਾਤੇ। ਕਿਉਂਕਿ ਉਹ ਪਰਮੇਸ਼ਰ ਦੇ ਨਾਮ ਦੇ ਰੰਗ ਪ੍ਰੇਮ ਦੇ ਵਿੱਚ ਰਤੇ ਰਹਿੰਦੇ ਨੇ। ਭਾਈ ਬੁੱਧੂ ਵਾਪਸ ਆਇਆ ਅਤੇ ਸਾਉਣ ਭਾਦਰੋਂ ਦੀਆਂ ਬਰਸਾਤਾਂ ਹੋਈਆਂ। ਜਿਹੜਾ ਸੰਮਣ ਬੁਰਜ ਹੈ, ਸ਼ਾਹੀ ਕਿਲ੍ਹਾ, ਉਹਦੇ ਦਰਿਆ ਵਾਲੇ ਪਾਸੇ ਵਾਲੀ ਕੰਧ ਜਿਹੜੀ ਹੈ ਉਹ ਬਾਰਿਸ਼ ਪੈਣ ਤੋਂ ਡਿੱਗ ਪਈ। ਆਵੇ ਸਾਰੇ ਬੰਦ ਹੋਣ ਕਾਰਨ ਇੱਟਾਂ ਕਿਤੋਂ ਮਿਲੀਆਂ ਨਹੀਂ ਅਤੇ ਉਹਦੀ ਨੀਂਹ ਦੇ ਵਿੱਚ ਪਾਣੀ ਪੈ ਰਿਹਾ ਸੀਗਾ। ਬਾਦਸ਼ਾਹ ਦੇ ਕਹਿਣ ਤੋਂ ਜਲਦੀ ਜਲਦੀ ਕਹਿੰਦੇ ਪ੍ਰਬੰਧ ਕਰੋ। ਭਾਈ ਬੁੱਧੂ ਦੇ ਆਵੇ ਤੋਂ ਪਿੱਲੀਆਂ ਦੇ ਖਿੰਗਰੀਆਂ ਇੱਟਾਂ ਮਿਲੀਆਂ। ਨੀਂਹ ਦੇ ਵਿੱਚ ਸਾਰੀਆਂ ਹੀ ਚੱਲ ਜਾਂਦੀਆਂ ਨੇ, ਅਤੇ ਇਸ ਵਾਸਤੇ ਨੀਂਹ ਭਰਨ ਖਾਤਰ ਉਹ ਜਿੰਨਾ ਆਵੇ ਦਾ ਸਾਰੇ ਦਾ ਸਾਰਾ ਆਵਾ ਸੀਗਾ ਇੱਟਾਂ, ਉਹ ਸਾਰੀਆਂ ਡਬਲ ਰੇਟ ਦੇ ਵਿੱਚ ਸਰਕਾਰੀ ਬੰਦਿਆਂ ਨੇ ਖਰੀਦ ਲਈਆਂ। ਭਾਈ ਬੁੱਧੂ ਨੂੰ ਡਬਲ ਲਾਭ ਹੋਇਆ, ਕਰਜ਼ਾ ਵੀ ਲੈ ਗਿਆ ਅਤੇ ਅਗਲੇ ਆਵੇ ਵਾਸਤੇ ਵੀ ਪੂੰਜੀ ਆ ਗਈ ਅਤੇ ਘਰ ਦੇ ਗੁਜ਼ਾਰੇ ਵਾਸਤੇ ਵੀ। ਇੰਝ ਸੋ ਮਹਾਰਾਜ ਜੀ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ। ਤੈਨ ਕੀ ਸੋਭਾ ਸਭਨੇ ਥਾਈ। ਤਿੰਨਾਂ ਮਹਾਂਪੁਰਖਾਂ ਦੀ ਲੋਕ ਲੋਕ ਆਦਿਕ ਸਾਰੀਆਂ ਜਗ੍ਹਾ 'ਤੇ ਸ਼ੋਭਾ ਹੁੰਦੀ ਹੈ। ਮਾਤਾ ਗੰਗਾ ਜੀ ਨੂੰ ਕਰਮੋਂ ਨੇ ਬੋਲੀ ਮਾਰੀ। ਮਾਤਾ ਜੀ ਦਾ ਮਨ ਦੁਖੀ ਹੋਇਆ। ਜਦ ਦੁੱਖ ਭੰਜਨੀ ਮੇਰੀ ਹੇਠ ਮਾਤਾ ਜੀ ਇਸ਼ਨਾਨ ਕਰਕੇ ਬਾਹਰ ਆਏ। ਅੰਮ੍ਰਿਤ ਜਲ ਦੀਆਂ ਛਿੱਟਾਂ ਹਨੇਰੇ ਕਾਰਨ ਪਤਾ ਨਹੀਂ ਲੱਗਾ, ਬੀਬੀ ਕਰਮੋਂ 'ਤੇ ਪੈ ਗਈਆਂ ਅਤੇ ਉਹਨੇ ਗੁੱਸੇ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਵੱਡਿਆਂ ਦਾ ਵੀ ਖਿਆਲ ਨਹੀਂ ਰੱਖਦੇ, ਤੁਹਾਨੂੰ ਹੰਕਾਰ ਹੋ ਗਿਆ, ਗੁਰਤਾ ਗਤੀ ਫਿਰ ਕੀ ਹੋ ਗਿਆ ਜੇ ਤੁਹਾਨੂੰ ਮਿਲ ਗਈ? ਤੁਹਾਡਾ ਕਿਹੜਾ ਪੁੱਤਰ ਹੈ? ਸਾਡੇ ਪੁੱਤਰ ਮਿਹਰਬਾਨ ਨੂੰ ਹੀ ਮਿਲਣੀ, ਹੁਣ ਸਾਡੇ ਘਰ ਹੀ ਆਊਗੀ, ਲਾ ਲਓ ਜ਼ੋਰ। ਇਸ ਤਰ੍ਹਾਂ ਬਹੁਤ ਉਹਨੇ ਬੋਲਿਆ ਅੰਮ੍ਰਿਤ ਵੇਲਾ। ਮਾਤਾ ਜੀ ਦਾ ਮਨ ਦੁਖੀ ਹੋਇਆ। ਮਾਤਾ ਜੀ ਬ੍ਰਹਮ ਗਿਆਨੀ ਸਨ, ਉਹਨਾਂ ਦੇ ਮਨ ਵਿੱਚ ਕੋਈ ਫੁਰਨਾ ਨਹੀਂ ਸੀਗਾ ਅਤੇ 16-17 ਸਾਲ ਹੋ ਗਏ ਵਿਆਹ ਨੂੰ, ਕੋਈ ਬੱਚੀ ਬੱਚਾ ਨਹੀਂ, ਕੋਈ ਮਨ ਦਾ ਫੁਰਨਾ ਵੀ ਨਹੀਂ। ਅਤੇ ਬ੍ਰਹਮ ਗਿਆਨੀ ਦਾ ਮਨ ਸ਼ੀਸ਼ੇ ਵਰਗਾ ਹੁੰਦਾ। ਸ਼ੀਸ਼ੇ ਜਿਸ ਤਰ੍ਹਾਂ ਦਾ ਮੂੰਹ ਵੇਖੋ ਉਸ ਤਰ੍ਹਾਂ ਦਾ ਦਿਖਦਾ। ਜਿਸ ਤਰ੍ਹਾਂ ਦੀ ਕੋਈ ਗੱਲ ਕਰ ਦਿਓ ਉਸ ਤਰ੍ਹਾਂ ਦਾ ਹੀ ਉਹਨਾਂ ਦੇ ਸੰਸਕਾਰ ਬਣ ਜਾਂਦੇ ਨੇ। ਮਾਤਾ ਜੀ ਦਾ ਮਨ ਦੁਖੀ ਹੋਇਆ, ਸੰਸਕਾਰ ਬਣ ਗਿਆ ਬੱਚੇ ਦਾ। ਗੁਰੂ ਸਾਹਿਬ ਨੂੰ ਬੇਨਤੀ ਕੀਤੀ। ਮਹਾਰਾਜ ਕਹਿੰਦੇ ਬਾਬੇ ਬੁੱਢੇ ਨੂੰ ਜਾ ਕੇ ਆਖੋ ਉਹ ਸਾਥੋਂ ਪਹਿਲਾਂ ਦੀ ਸੇਵਾ ਕਰਦੇ ਨੇ। ਤਾਂ ਬਾਬਾ ਜੀ ਨੇ ਸ਼ਾਹੀ ਠਾਠ ਬਾਠ ਵੇਖ ਕੇ ਬਚਨ ਛੱਡਤਾ ਵੀ ਗੁਰੂ ਕਿਆਂ ਨੂੰ ਕਿੱਧਰ ਭਾਜੜਾਂ ਪੈ ਗਈਆਂ। ਅਤੇ ਪ੍ਰਸ਼ਾਦਾ ਛਕ ਤਾਂ ਲਿਆ, ਪਰ ਕਹਿੰਦੇ ਵੀ ਮਾਤਾ ਜੀ ਵੀ ਆਪਾਂ ਤਾਂ ਜੱਟ ਲੋਕ ਆ, ਸਾਨੂੰ ਇਸ ਤਰ੍ਹਾਂ ਦੇ ਭੋਜਨ ਨਹੀਂ ਫੱਬਦੇ, ਆਪਾਂ ਤਾਂ ਮਿੱਸੇ ਪ੍ਰਸ਼ਾਦੇ ਅਤੇ ਦਹੀਂ ਲੱਸੀ ਅਤੇ ਗੰਢਾ 4 ਦਿਨ ਨਾਲ ਖਾ ਕੇ ਗੁਜ਼ਾਰਾ ਕਰਨ ਵਾਲੇ ਹਾਂ। ਗੁਰੂ ਕੀਆਂ ਪੈਲੀਆਂ ਦੀ ਸੇਵਾ ਕਰਦੇ ਹਾਂ। ਸਾਡੀ ਕੋਈ ਇੰਨੀ ਸ਼ਕਤੀ ਹੁੰਦੀ ਆਪਾਂ ਕਿਤੇ ਗੁਰਦੁਆਰਾ ਨਾ ਬਣਾ ਕੇ ਬੈਠੇ ਹੁੰਦੇ। ਜਿਸ ਤਰ੍ਹਾਂ ਸਾਧੂ ਸੰਤ ਮਾੜੀ ਮੋਟੀ ਕੋਈ ਕਣੀ ਜਾਂ ਕੋਈ ਸੁਰਤੀ
ਮਾੜਾ ਮੋਟਾ ਕੋਈ ਕੀਰਤਨ ਦਾ ਉਹ ਚੱਜ ਆ ਜਾਂਦਾ, ਬੋਲਣ ਦੀ ਜਾਚ ਆ ਜਾਂਦੀ, ਅਤੇ ਆਪ ਦਾ ਵੱਖਰਾ ਡੇਰਾ ਬਣਾ ਕੇ ਉਹ ਪਖੰਡ ਚਲਾ ਲੈਂਦੇ, ਫਿਰ ਉਲਟੀਆਂ ਸਿੱਧੀਆਂ ਗੱਲਾਂ ਕਰਦੇ ਨੇ। ਇਸ ਲਈ ਇਹ ਮਾਤਾ ਜੀ ਆਪਾਂ ਵੇਖੋ ਪੈਲੀਆਂ ਵਾਹ ਰਹੇ ਹਾਂ ਅਤੇ ਸਾਡੇ ਕੋਲ ਨਹੀਂ ਕੁਛ ਵੀ ਹੈ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਸਭ ਕੁਛ ਹੈ। ਤੁਸੀਂ ਉਹਨਾਂ ਨੂੰ ਬੇਨਤੀ ਕਰੋ, ਐਡੀ ਦੂਰ ਆਉਣ ਦੀ ਲੋੜ ਹੀ ਨਹੀਂ ਸੀਗੀ। ਕਿੰਨੀ ਦੁਨੀਆ ਵੇਖੋ ਉੱਥੋਂ ਵਰ ਲੈਂਦੀ ਹੈ, ਤੁਸੀਂ ਉਹਨਾਂ ਨੂੰ ਬੇਨਤੀ ਕਰਦੇ। ਉਦਾਸ ਹੋ ਕੇ ਗੁਰੂ ਸਾਹਿਬ ਨੂੰ ਆ ਕੇ ਬਚਨ ਦੱਸਿਆ ਵੀ ਸ਼ਰਾਬ ਲੈ ਕੇ ਆ ਗਏ ਆ, ਹੁਣ ਕੀ ਕਰੀਏ। ਮਹਾਰਾਜ ਕਹਿੰਦੇ ਵੀ ਨਿਮਰਤਾ ਦੇ ਨਾਲ ਸਾਦਗੀ ਦੇ ਵਿੱਚ ਜਾ ਕੇ ਦਰਸ਼ਨ ਕਰੋ। ਫਿਰ ਆਪਦੇ ਹੱਥੀਂ ਮਿੱਸੇ ਪ੍ਰਸ਼ਾਦੇ, ਵੇਸਣ, ਆਟਾ, ਲੂਣ, ਗੰਢੇ ਅਤੇ ਮਿਰਚ ਮਸਾਲਾ ਵਿੱਚ ਪਾ ਕੇ ਪ੍ਰਸ਼ਾਦੇ ਪਕਾ ਕੇ ਨਾਲ ਦਹੀਂ ਅਤੇ ਨਾਲ ਤਾਜ਼ੀ ਲੱਸੀ ਆਪਦੇ ਹੱਥੀਂ ਬਣਾ ਕੇ ਮੱਖਣ ਦਾ ਕੁੱਜਾ ਅਤੇ ਬਾਬਾ ਜੀ ਲਈ ਲੈ ਕੇ ਨੰਗੇ ਪੈਰੀਂ ਪਹੁੰਚੇ। ਅਤੇ ਬਾਬਾ ਜੀ ਨੇ ਆਪ ਸਿਰ ਦੇ ਉੱਪਰੋਂ ਪ੍ਰਸ਼ਾਦੇ ਉਤਾਰੇ। ਆਖਿਆ ਵੀ ਸਾਨੂੰ ਭੁੱਖ ਬੜੀ ਲੱਗੀ ਸੀ, ਸਵੇਰ ਦੇ ਸੇਵਾ ਕਰ ਰਹੇ ਸੀ, ਅਤੇ ਮਾਵਾਂ ਨੂੰ ਆਪਦੇ ਬੱਚਿਆਂ ਦਾ ਫਿਕਰ ਹੁੰਦਾ ਹੈ, ਹੋਰ ਕੌਣ ਫਿਕਰ ਕਰਦਾ ਹੈ। ਆਪ ਜੀ ਨੇ ਖੇਚਲ ਕੀਤੀ, ਵੇਖੋ ਕਿੱਡੀ ਦੂਰ ਤੋਂ ਸਾਨੂੰ ਰੋਟੀ ਖਵਾਉਣ ਆਏ ਹੋ, ਆਓ ਜੀ ਆਇਆਂ ਨੂੰ। ਫਿਰ ਪੁੱਛਿਆ ਵੀ ਨਹੀਂ ਵੀ ਕੀ ਚਾਹੀਦਾ ਜਾਂ ਕਾਹਦੇ ਲਈ ਆਏ ਹੋ, ਬਿਨਾਂ ਹੀ ਅਰਦਾਸ ਕਰਨ ਤੋਂ ਬਚਨ ਛੱਡਤਾ। ਗੰਢੇ 'ਤੇ ਮੁੱਕੀ ਮਾਰੀ, ਉਹ ਜਿਹੜਾ ਪਿਆਜ਼ ਸੀਗਾ ਜਦ ਉਹਦੇ ਵਿਚਲਾ ਹਿੱਸਾ ਬਾਹਰ ਨਿਕਲਿਆ, ਉਸੇ ਵਕਤ ਬਚਨ ਕਰਤਾ। ਨਾਲ ਬਿਜਲੀ ਚਮਕੀ, ਬੱਦਲ ਦੀ ਗਰਜਵੀਂ ਆਵਾਜ਼ ਹੋਈ। ਆਖਿਆ ਮਾਤਾ ਸਾਹਿਬ ਜੀ ਆਪਦੇ ਘਰ ਮਹਾਂਪੁਰਖ ਵਾਹਿਗੁਰੂ ਦੀ ਅੰਸ਼ ਇਹੋ ਜਿਹਾ ਬਲੀ ਸਾਹਿਬਜ਼ਾਦਾ ਪ੍ਰਗਟ ਹੋਏਗਾ ਜੋ ਗੁਰਤਾ ਗੱਦੀ ਦਾ ਮਾਲਕ ਹੋਵੇਗਾ, ਔਰ ਉਹਦੀ ਬੱਦਲ ਵਰਗੀ ਗਰਜਵੀਂ ਆਵਾਜ਼, ਜਿਸ ਤਰ੍ਹਾਂ ਹੁਣ ਬੱਦਲ ਗਰਜਿਆ ਇਸ ਤਰ੍ਹਾਂ ਦੁਨੀਆ ਥਰ ਥਰ ਕੰਬੂਗੀ। ਤਲਵਾਰ ਦੇ ਵਿੱਚ ਇੰਨੀ ਲਿਸ਼ਕ ਹੋਊਗੀ ਕਿ ਤੁਰਕਾਂ ਦੀਆਂ ਅੱਖਾਂ ਨੀਆਂ ਹੋ ਜਾਣਗੀਆਂ। ਜਿਸ ਤਰ੍ਹਾਂ ਬਿਜਲੀ ਚਮਕੀ ਇਸ ਤਰ੍ਹਾਂ ਉਹਦੀ ਤਲਵਾਰ ਲਿਸ਼ਕੂ। ਜਿਸ ਤਰ੍ਹਾਂ ਮੈਂ ਮੁੱਕੀ ਮਾਰ ਕੇ ਗੰਢਾ ਭੰਨਿਆ, ਇਸ ਤਰ੍ਹਾਂ ਤੁਰਕਾਂ ਦੇ ਸਿਰ ਭੰਨੂਗਾ। ਜਿਸ ਤਰ੍ਹਾਂ ਵਿੱਚੋਂ ਚਿੱਟਾ ਹਿੱਸਾ ਬਾਹਰ ਨਿਕਲ ਕੇ ਡਿੱਗਿਆ, ਇਸ ਤਰ੍ਹਾਂ ਮਿੱਝ ਨਿਕਲਿਆ ਕਰੂਗੀ। ਇੰਨਾ ਬੜੀ ਯੋਧਾ ਤੇਰੇ ਘਰ ਪ੍ਰਗਟ ਹੋਊਗਾ। ਸੋ ਜੇ ਸ਼ਰਾਬ ਕਰਤਾ ਤਾਂ ਉਹ ਵੀ ਬਚਨ ਗੁਰਦੁਆਰੇ ਮੰਨਿਆ ਗਿਆ, ਜੇ ਵਰ ਦੇ ਦਿੱਤਾ ਤਾਂ ਉਹ ਵੀ ਵਾਹਿਗੁਰੂ ਦੇ ਘਰ ਮੰਨਿਆ ਗਿਆ। ਭਾਈ ਗੁਰਦਾਸ ਜੀ ਨੇ ਆਖਿਆ, 5 ਪਿਆਲੇ 5 ਪੀਰ, 6ਠ ਵੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੜ ਯੋਧਾ ਬਹੁ ਪਰਉਪਕਾਰੀ। ਜੋ ਕਿਛ ਕਰੈ ਸੋਈ ਪ੍ਰਭ ਮਾਨੈ। ਜੋ ਸੰਤ ਕਰ ਦਿੰਦਾ ਬਚਨ ਜਾਂ ਅਰਦਾਸ, ਰੱਬ ਉਹਨੂੰ ਮੰਨ ਲੈਂਦਾ ਹੈ। ਕਿਉਂ? ਕਿਉਂਕਿ ਉਹ ਰਾਮ ਨਾਮ ਰੰਗ ਰਾਤੇ, ਉਹ ਰਾਮ ਦੇ ਨਾਮ ਦੇ ਰੰਗ ਵਿੱਚ ਰਤੇ ਹੁੰਦੇ ਨੇ। ਜਿਹੜੀ ਘਰ ਵਾਲੀ ਆਪਣੇ ਪਤੀ ਦੇ ਰੰਗ 'ਚ ਰੰਗੀ ਜਾਂਦੀ ਹੈ, ਫਿਰ ਪਤੀ ਜਿੰਨੀ ਵੀ ਜੇਬ ਬਾਹਰੋਂ ਭਰ ਕੇ ਲਿਆਏ ਆਪਦੀ ਘਰ ਵਾਲੀ ਅੱਗੇ ਸਮਰਪਿਤ ਕਰ ਦਿੰਦਾ। ਖਜ਼ਾਨੇ ਦੀਆਂ ਚਾਬੀਆਂ ਅਲਮਾਰੀ ਦੀਆਂ ਉਹਨੂੰ ਹੀ ਫੜਾ ਦਿੰਦਾ। ਘਰ ਦੀ ਮਾਲਕਣ ਖਵਾਉਂਦੀ ਹੈ। ਕਿਉਂ? ਕਿਉਂਕਿ ਪਤੀ ਦੀ ਸੇਵਾ 'ਚ ਰੰਗੀ ਹੋਈ ਹੈ, ਉਹਦਾ ਵਿਸ਼ਵਾਸ ਜਿੱਤਿਆ। ਜਿਹੜਾ ਬੱਚਾ ਮਾਂ ਪਿਓ ਦੀ ਆਗਿਆ ਵਿੱਚ ਹੋਏ ਤਾਂ ਵੱਡਿਆਂ ਨੂੰ ਕਈ ਵਾਰ ਵਾਂਝੇ ਕਰ ਦਿੰਦੇ ਮਾਂ ਪਿਓ, ਅਤੇ ਛੋਟਿਆਂ ਨੂੰ ਸਭ ਕੁਝ ਹੀ ਦੇ ਦਿੰਦੇ। ਕਾਰਨ ਕੀ ਆ? ਉਹਨਾਂ ਦਾ ਪ੍ਰੇਮ ਹੈ, ਉਹਨਾਂ ਮਾਂ ਪਿਓ ਦੀ ਆਗਿਆ ਮੰਨੀ। ਇਉਂ ਬਜ਼ੁਰਗਾਂ ਦੇ ਗੋਡੀਆਂ ਹੱਥ ਲਾ ਕੇ ਹੀ ਉਹਨਾਂ ਕੋਲੋਂ ਕੁਝ ਲਿਆ ਜਾ ਸਕਦਾ। ਇਉਂ ਜਿਹੜੇ ਰੱਬ ਦੇ ਘਰ ਦੇ ਬੰਦੇ ਬਣ ਜਾਂਦੇ, ਸੰਤਨ ਹੱਥ ਰਾਖੀ ਕੁੰਜੀ। ਖਜ਼ਾਨਾ ਤਾਂ ਪਰਮਾਤਮਾ ਦਾ ਹੈ, ਜਿੰਨਾ ਵੀ ਹੈ ਗੁਰਦੁਆਰੇ ਜੋ ਵੀ ਕੁਛ ਹੈ ਰੱਬ ਦਾ ਹੈ, ਗੁਰੂ ਸਾਹਿਬ ਦਾ ਹੈ। ਪਰ ਚਾਬੀਆਂ ਮਹਾਰਾਜ ਸ਼ਹੀਦਾਂ ਨੂੰ, ਸੰਤਾਂ ਨੂੰ ਫੜਾ ਦਿੰਦਾ ਵੀ ਜਿੱਥੇ ਮਰਜ਼ੀ ਜਿੰਨਾ ਮਰਜ਼ੀ ਵਰਤਾਈ ਜਾਓ, ਖਾਵੇ ਖਰਚੈ ਰਲ ਮਿਲ ਭਾਈ, ਟੂਟ ਨਾ ਆਵੇ ਵੱਧ ਹੋ ਜਾਈ। ਸੰਤ ਬਾਬਾ ਨਿਧਾਨ ਸਿੰਘ ਜੀ ਲੰਗਰ ਸਾਹਿਬ ਵਾਲੇ ਮਹਾਂਪੁਰਖਾਂ ਦੀ ਇਹ ਸਾਖੀ ਪ੍ਰਸਿੱਧ ਹੈ ਕਿ ਦੱਖਣੀਆਂ ਦੇ ਨਾਲ ਈਰਖਾ ਹੋਣ ਕਰਕੇ
ਉਹ ਦੱਖਣੀਆਂ ਨੇ ਭਜਾਤੇ ਮਹਾਂਪੁਰਖ। ਉਹ ਸਟੇਸ਼ਨ 'ਤੇ ਬੈਠੇ ਸੀਗੇ ਅਤੇ ਉਦਾਸ ਮਹਾਰਾਜ ਨੇ ਦਰਸ਼ਨ ਦਿੱਤੇ। ਆਖਿਆ ਕੀ ਹੋਇਆ? ਕਹਿੰਦੇ ਆਪਾਂ ਤਾਂ ਪੰਜਾਬ ਨੂੰ ਚੱਲੇ। ਮਹਾਰਾਜ ਕਹਿੰਦੇ ਵੀ ਇੱਥੇ ਸੇਵਾ ਕੌਣ ਕਰੂਗਾ? ਕਹਿੰਦਾ ਜੀ ਕੋਈ ਰਹਿਣ ਤਾਂ ਦਿੰਦਾ ਨਹੀਂ, ਲੰਗਰ 'ਚ ਕੋਈ ਵਰਤਾਉਣ ਨਹੀਂ ਦਿੰਦੇ, ਗੇਟ ਤੋਂ ਬਾਹਰ। ਮਹਾਰਾਜ ਕਹਿੰਦੇ ਵੀ ਗੁਰਦੁਆਰੇ ਤੋਂ ਬਾਹਰ ਤੁਸੀਂ ਆਪਣਾ ਕੰਮ ਕਰ ਲਓ, ਸੇਵਾ ਹੀ ਕਰਨੀ ਆ। ਹੋ ਜਣੇ ਫਿਰ ਕੀ ਆ, ਗੁੱਸਾ ਥੋੜ੍ਹਾ ਕਰੀਦਾ। ਪਹਿਲੀ ਗੱਲ ਤਾਂ ਭਰਾ ਭਰਾ ਭਾਵੇਂ ਜਿੰਨਾ ਮਰਜ਼ੀ ਲੜਨ ਰਹਿਣ, ਮਾਂ ਪਿਓ ਦੇ ਘਰ 'ਚ ਹੀ ਰਹਿੰਦੇ ਨੇ, ਗੁਰਦੁਆਰਾ ਨਹੀਂ ਛੱਡੀਦਾ। ਮਹਾਰਾਜ ਦਿਲ ਨਹੀਂ ਲੱਗਦਾ। ਪਾਤਸ਼ਾਹ ਕਹਿੰਦੇ ਕਿ ਗੁਰੂ ਘਰ ਦੇ ਬਾਹਰ ਸੰਗਤ ਦੀ ਸੇਵਾ ਕਰੋ। ਕਹਿੰਦੇ ਜੀ ਪੈਸਾ ਤਾਂ ਕੋਲ ਕੁਝ ਨਹੀਂ। ਕਹਿੰਦੇ ਖੀਸਾ ਮੇਰਾ ਹੱਥ ਤੇਰਾ। ਉਹ ਪਾਣੀ ਦਾ ਟੱਬ ਭਰ ਕੇ ਬਹਿ ਗਏ। ਪੁੱਜੇ ਹੋਏ ਛੋਲੇ ਲਾਗੇ ਰੱਖ ਲਏ, ਜਿਹੜਾ ਵੀ ਉਹਨੂੰ ਪਾਣੀ ਪਿਆਈ ਜਾਣ, ਛੋਲਿਆਂ ਦੀ ਮੁੱਠ ਦੇਈ ਜਾਣ। ਉਹਦੇ ਤੋਂ ਹੀ ਵੇਖੋ ਕੰਮ ਚੱਲ ਪਿਆ। ਅਤੇ ਕਿੰਨੀ ਮਹਾਰਾਜ ਦੀ ਕਿਰਪਾ। ਅੱਜ ਦੀ ਡੇਟ ਦੇ ਵਿੱਚ ਉੱਥੇ ਜਲ ਪਾਣੀ ਦੀ ਬੜੀ ਘਾਟ ਹੈ, ਕਿਉਂਕਿ ਧਰਤੀ ਪਥਰੀਲੀ ਹੈ। ਸਾਡੇ ਇੱਧਰ ਵਾਂਗੂ ਹੈਂਡ ਪੰਪ ਲਾਉਣਾ ਬੜਾ ਔਖਾ। ਮੈਂ ਜਦੋਂ ਦੇ ਦਰਸ਼ਨ ਕੀਤੇ, ਕਾਫੀ ਚਿਰ ਪਹਿਲਾਂ ਦੀ ਗੱਲ ਹੈ, 10-12 ਸਾਲ। ਉਹ ਨਵੀਂ ਇਮਾਰਤ ਬਣਾਈ ਮਹਾਂਪੁਰਖਾਂ ਨੇ, ਬਾਬਾ ਬਲਵਿੰਦਰ ਸਿੰਘ ਜੀ, ਨਰਿੰਦਰ ਸਿੰਘ ਜੀ। ਵੱਡਾ ਸਾਰਾ ਖੂਹ ਪੁੱਟ ਕੇ ਪਤਾ ਨਹੀਂ ਕਿੰਨੀਆਂ ਮਸ਼ੀਨਾਂ ਉਹਦੇ ਸੁੱਟੀਆਂ ਪਾਣੀ ਵਾਸਤੇ, ਕਿ ਸੰਗਤ ਨੂੰ ਨਹਾਉਣ ਧੋਣ ਦੀ, ਜਲ ਪਾਣੀ ਛਕਣ ਦੀ ਕੋਈ ਘਾਟ ਨਾ ਆਏ। ਕਮਰੇ ਇਸ ਤਰ੍ਹਾਂ ਤਿਆਰ ਰੱਖਦੇ ਜਿਸ ਤਰ੍ਹਾਂ ਕਿਸੇ ਪ੍ਰਾਹੁਣੇ ਨੇ ਆਉਣਾ ਹੋਏ। ਇੰਨੀ ਮਹਾਰਾਜ ਦੀ ਕਿਰਪਾ ਹੈ। ਕਿਉਂ? ਪਾਤਸ਼ਾਹ ਜੀ ਕਥਨ ਕਰਦੇ ਹਨ, ਤੈਨ ਅੱਗੇ ਸੋਭਾ ਸਭਨੀ ਥਾਈ। ਤਿੰਨਾਂ ਮਹਾਂਪੁਰਖਾਂ ਦੀ ਸੋਭਾ ਇਸ ਲੋਕ ਦੇ ਵਿੱਚ ਤਾਂ ਹੋਣੀ ਹੋਣੀ ਹੈ। ਪੜ੍ਹੇ ਲਿਖੇ ਕਈ ਵਾਰ ਉਹ ਕਠਿਨਤਾ ਹੀ ਮੰਨਦੇ ਨੇ ਵੀ ਸਾਨੂੰ ਤਾਂ ਕੋਈ ਵੀ ਨਹੀਂ ਮੰਨਦਾ, ਇਹਨਾਂ ਮਗਰ ਦੁਨੀਆ ਤੁਰੀ ਫਿਰਦੀ ਹੈ, ਇਹਨਾਂ ਦਾ ਰਾਹ ਲੋਕ ਵੇਖਦੇ ਨੇ, ਉਹ ਈਰਖਾ ਕਰਦੇ ਨੇ। ਪਰ ਮਹਾਰਾਜ ਕਹਿੰਦੇ ਨੇ ਇਸ ਲੋਕ 'ਚ ਤਾਂ ਸ਼ੋਭਾ ਹੋਣੀ, ਪਰ ਲੋਕ ਦੇ ਵਿੱਚ ਧਰਮ ਰਾਜੇ ਦੇ ਦਰਬਾਰ ਦੇ ਵਿੱਚ ਵੀ ਜੱਲਣ ਜੱਟ ਦੀ ਵੇਖੋ ਸਿਫਾਰਿਸ਼ ਚੱਲੀ। ਇੱਕ ਸ਼ਾਹੂਕਾਰ ਨੇ ਸਾਰੀ ਉਮਰ ਕੋਈ ਚੰਗਾ ਕੰਮ ਨਹੀਂ ਕੀਤਾ। ਉਹ ਬੀਬੀ ਰਾਮ ਕੀ ਦੱਸਣ ਆਈ ਕਿ ਜਦ ਜੱਲਣ ਜੀ ਦਾ ਮੈਂ ਨਾਮ ਲਿਆ, ਭਗਤ ਜੀ ਤੁਹਾਡਾ ਨਾਮ, ਤਾਂ ਧਰਮ ਰਾਜਾ ਕਹਿੰਦਾ ਤੂੰ ਇਹਨੂੰ ਆਪਣੇ ਨਾਲ ਹੀ ਲੈ ਜਾ। ਉਹਦਾ ਪਾਰ ਉਤਾਰਾ ਹੋ ਗਿਆ। ਜੇ ਕੋ ਜੀਓ ਕਹੈ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਜੇ ਕੋਈ ਉਹਨਾਂ ਨੂੰ ਜੀ ਕਰਕੇ ਵੀ ਬੁਲਾਏ ਤਾਂ ਵੀ ਜਮਾਂ ਦੀ ਤਾੜਨਾ ਨਹੀਂ ਹੁੰਦੀ। ਧਰਮ ਰਾਜੇ ਦੀ ਦਰਗਾਹ ਦੇ ਵਿੱਚ ਵੀ ਉਹਨਾਂ ਦੀ ਸ਼ੋਭਾ ਹੁੰਦੀ ਹੈ। ਉਹ ਸਿੰਘਾਸਨ ਛੱਡ ਕੇ ਪਰੇ ਹੋ ਜਾਂਦਾ। ਰੇ ਰੇ ਦਰਗਾਹ ਕਹੇ ਨਾ ਕਹੂ ਆਓ ਬੈਠ, ਆਓ ਜੀ ਜੀ ਆਇਆਂ ਨੂੰ ਬੈਠੋ। ਰੇ ਰੇ ਦਰਗਾਹ ਕਹੇ ਨਾ ਕਹੂ ਆਓ ਬੈਠ, ਆਦਰ ਸ਼ੁਭ ਦੇਉ। ਇਉਂ ਧਰਮ ਰਾਜ ਤਿਨਕਾ ਮਿੱਤ ਹੈ, ਉਹਨਾਂ ਦਾ ਮਿੱਤਰ ਬਣ ਜਾਂਦਾ। ਲੋਕ ਲੋਕ ਦੇ ਵਿੱਚ ਸਭ ਜਗ੍ਹਾ ਉਹਨਾਂ ਦੀ ਸ਼ੋਭਾ ਹੁੰਦੀ ਹੈ। ਜਿਨ ਪ੍ਰਭ ਕੇ ਚਰਨ ਪਰਤੇ। ਜਿਨ੍ਹਾਂ ਸੰਤ ਜਨਾਂ ਨੇ ਪਰਮੇਸ਼ਰ ਦੇ ਚਰਨ ਪਹਿਚਾਣੇ ਜਾਂ ਪ੍ਰੇਮ ਨਾਲ ਧਾਰਨ ਕੀਤੇ ਹਨ। ਮੇਰੇ RAM ਇਹ ਮੇਰੇ ਭਰਾਵੋ, ਹਰ ਸੰਤਾਂ ਜੇ ਵਡਨਾ ਕੋਈ। ਪਰਮੇਸ਼ਰ ਦੇ ਸੰਤਾਂ ਮਹਾਤਮਾ ਜਿੱਡਾ ਵੱਡਾ ਦੁਨੀਆ ਵਿੱਚ ਹੋਰ ਕੋਈ ਨਹੀਂ ਹੈ। ਸੰਤ ਦੀ ਪਰਿਭਾਸ਼ਾ ਕੀ ਹੈ? ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ। ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਸਾਡੇ ਸਿੰਘਾਂ ਦੇ ਵਿੱਚ ਇਹ ਘਾਟ ਹੈ। ਜਿਹੜੇ ਅਸੀਂ ਨੀਲੀਆਂ ਪੱਗਾਂ ਬੰਨ੍ਹਦੇ, ਚਿੱਟੇ ਕੱਪੜੇ ਪਾ ਕੇ ਉੱਤੋਂ ਦੀ ਗਾਤਰਾ ਪਾਉਣੇ ਆ, ਨਿਹੰਗ ਸਿੰਘ ਫੌਜਾਂ, ਅਸੀਂ ਕਿਸੇ ਨੂੰ ਕੁਝ ਨਹੀਂ ਸਮਝਦੇ। ਆਪਾਂ ਕਹਿੰਦੇ ਹਾਂ ਵੀ ਗਾਤਰੇ ਵਾਲੇ ਹੀ ਨੇ, ਬਾਕੀ ਤਾਂ ਐਵੇਂ ਹੀ ਤੁਰੇ ਫਿਰਦੇ ਨੇ। ਪਰ ਸਾਧ ਸੰਗਤ ਜੀ, ਸਾਡਾ ਭੁਲੇਖਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੇਖੋ ਗਾਤਰਾ ਤਾਂ ਬੜੇ ਚਿਰ ਬਾਅਦ 'ਚ ਪਾਇਆ ਸੀਗਾ। ਅੰਮ੍ਰਿਤ ਤਾਂ ਕਿੰਨੇ ਚਿਰ ਬਾਅਦ 'ਚ ਛਕਿਆ ਕਿਰਪਾਨ ਭਾਈ। ਅਤੇ ਪਹਿਲਾਂ ਕੀ ਮਹਾਰਾਜ ਸੰਤ ਨਹੀਂ ਸੀਗੇ? ਹੇਮਕੁੰਟ ਸਾਹਿਬ ਵੀ ਤਾਂ ਸੰਤ ਹੀ ਸੀਗਾ।
ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਉਹਨਾਂ ਦੀ ਸਹਾਇਤਾ ਕੀਤੀ। ਇਹ ਸੰਤ ਹੀ ਸੀ ਸਾਰੇ। ਅੰਮ੍ਰਿਤ ਛਕਣ ਤੋਂ ਪਹਿਲਾਂ ਵੀ ਬੰਦਾ ਸੰਤ ਹੋ ਸਕਦਾ, ਪਰ ਮਹਾਰਾਜ ਉਹਨੂੰ ਅੰਮ੍ਰਿਤ ਤੋਂ ਵਾਂਝਾ ਨਹੀਂ ਰੱਖਦਾ, ਅੰਮ੍ਰਿਤ ਛਕਾ ਦਿੰਦਾ ਹੈ। ਪਰ ਇਹ ਨਹੀਂ ਵੀ ਉਹ ਭਗਤੀ ਵਾਲਾ ਨਹੀਂ ਜਾਂ ਉਹ ਸੰਤ ਨਹੀਂ ਹੈ। ਸੰਤ ਸਮੂਹ ਅਨੇਕ ਮਤੀ ਕੇ, ਜੇ ਸਾਡੀ ਨਹੀਂ ਕਿਸੇ ਨਾਲ ਬਣੀ, ਇਹ ਨਹੀਂ ਵੀ ਉਹਦੇ ਮਗਰ ਪੈ ਜਾਓ ਜਾਂ ਵੈਰ ਕਰੋ। ਦੁਨੀਆ ਤਾਂ ਮੰਨਦੀ ਉਹਨਾਂ ਨੂੰ, ਕਈਆਂ ਦਾ ਉਹਨਾਂ ਨੇ ਭਲਾ ਕੀਤਾ, ਕਈਆਂ ਦਾ ਕਰ ਰਹੇ ਨੇ। ਜੇ ਸਾਡੀ ਈਰਖਾ ਪੈ ਗਈ ਇਹ ਥੋੜ੍ਹਾ ਵੀ ਉਹ ਸੰਤ ਹੀ ਨਹੀਂ। ਤੇ ਇਸ ਵਾਸਤੇ ਸੰਤਾਂ ਦੀ ਨਿੰਦਿਆ ਜਾਂ ਸੰਤਾਂ ਨਾਲ ਵੈਰ ਕਮਾਉਣਾ ਜਾਂ ਬੁਰਾ ਭਲਾ ਕਹਿਣਾ, ਇਹ ਮੂਰਖਤਾ ਦੀ ਨਿਸ਼ਾਨੀ ਹੈ। ਜੇ ਅਸੀਂ ਗਾਤਰਾ ਪਾ ਲਿਆ, ਸਿੰਘ ਬਣ ਗਏ ਆ, ਤੇ ਬਾਕੀ ਦੁਨੀਆ ਵੀ ਰੱਬ ਦੀ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਵੀ ਮੇਰੇ ਭਰਾਵੋ, ਸੰਤਾਂ ਜਿੱਡਾ ਵੱਡਾ ਦੁਨੀਆ ਵਿੱਚ ਕੋਈ ਨਹੀਂ ਹੁੰਦਾ ਹੈ। ਭਗਤਾਂ ਬਣ ਆਈ ਪ੍ਰਭ ਆਪਣੇ ਸਿਓ। ਭਗਤੀ ਕਰਨ ਵਾਲੇ ਸੰਤ ਜਨਾਂ ਦੀ ਆਪਣੇ ਪਰਮੇਸ਼ਰ ਨਾਲ ਹੀ ਪ੍ਰੀਤੀ ਬਣ ਆਈ ਹੈ। ਅਸੀਂ ਆਪਦੇ ਬੱਚਿਆਂ ਦਾ ਮੂੰਹ ਚੁੰਮਦੇ ਚੱਟਦੇ ਹਾਂ, ਮਾਫ਼ ਕਰਨਾ, ਘਰ ਦੀਆਂ ਪਰਿਕਰਮਾ ਕਰਦੇ ਥੱਕਦੇ ਨਹੀਂ, ਨਿੰਦਿਆ ਕਰਦੇ ਹਾਂ ਉਹਨਾਂ ਸੰਤਾਂ ਦੀ ਜਿਹੜੇ ਦਿਨ ਰਾਤ ਗੁਰੂ ਦੀ ਸੇਵਾ ਕਰਦੇ ਨੇ, ਪੈਰੀਂ ਜੁੱਤੀ ਵੀ ਨਹੀਂ ਪਾਉਂਦੇ। ਹੱਡੀਆਂ ਵੇਖੋ ਫਟੀਆਂ ਹੋਈਆਂ, ਕੱਪੜੇ ਖੱਦਰ ਦੇ, ਆਪਾਂ ਕਹਿੰਦੇ ਅਖੇ ਜੀ ਇਹ ਤਾਂ ਐਵੇਂ ਹੀ ਨੇ। ਜੇ ਕੋਈ ਬੰਦਾ ਪੁੱਛੇ ਵੀ ਆਪਾਂ ਕਿੰਨੇ ਕੁ ਚੰਗੇ ਹਾਂ ਬਈ, ਤੋ ਇਸ ਵਾਸਤੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ। ਭਗਤੀ ਕਰਨ ਵਾਲੇ ਸੰਤਾਂ ਦੀ ਆਪਣੇ ਪਰਮੇਸ਼ਰ ਨਾਲ ਪ੍ਰੀਤੀ ਬਣ ਆਈ ਹੈ। ਸਾਡੀ ਘਰਦਿਆਂ ਨਾਲ ਪ੍ਰੀਤੀ ਹੈ, ਪਰਿਵਾਰ ਟੱਬਰ ਨਾਲ ਮੋਹ ਹੈ, ਮਿੱਤਰਾਂ ਦੋਸਤਾਂ ਦੇ ਨਾਲ ਹੈ, ਸੰਤਾਂ ਦੀ ਰੱਬ ਦੇ ਨਾਲ ਹੈ। ਸਾਡੇ 'ਚ ਤੇ ਉਹਨਾਂ 'ਚ ਇਹ ਫਰਕ ਹੈ। ਜਲ ਥਲ ਮਹਿਆਲ ਸੋਈ। ਉਹ ਪਰਮੇਸ਼ਰ ਉਹਨਾਂ ਸੰਤ ਜਨਾਂ ਨੂੰ ਜਲ ਤੇ ਥਲ ਖੁਸ਼ਕ ਥਾਵਾਂ, ਧਰਤੀ ਆਕਾਸ਼ ਵਿੱਚ ਵਿਆਪਕ ਦਿਸਦਾ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਓਟ ਪਰਾਦੇ ਸੰਤ ਸੰਗ ਉਦਰ। ਕਰੋੜਾਂ ਹੀ ਗੁਨਾਹਗਾਰ ਸੰਤ ਜਨਾਂ ਦੀ ਸੰਗਤ ਕਰਕੇ ਤਰ ਗਏ ਨੇ ਅਤੇ ਤਰ ਰਹੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਉਧਰ ਜਾਣਗੇ। ਜਮ ਤਾਕੈ ਨੇੜ ਨ ਆਵੈ। ਜਿਹੜਾ ਸੰਤਾਂ ਦੀ ਸੰਗਤ ਕਰਦਾ, ਸੰਤਾਂ ਸੰਗਤ ਪਾਈ ਹੈ ਤੇ ਜੰਮ ਕੇ ਪੰਥ ਨਾ ਜਾਈਏ। ਤੋਸਾ ਹਰ ਕਾ ਨਾਮ ਲੈ, ਤੇਰੇ ਕੋਲੇ ਨਾ ਲੱਗੇ ਗਾਲ ਜੀਓ। ਯਮਦੂਤ ਵੀ ਉਹਨਾਂ ਦੇ ਨੇੜੇ ਨਹੀਂ ਆਉਂਦਾ ਹੈ। ਜਨਮ ਜਨਮ ਕਾ ਵਿਛੜਿਆ ਹੋਵੈ। ਕੋਈ ਬੰਦਾ ਭਾਵੇਂ ਜਨਮਾਂ ਜਨਮਾਤਰਾਂ ਦਾ ਗੁਰੂ ਘਰ ਨਾਲੋਂ ਵਿਛੜਿਆ ਹੋਵੇ, ਤੈਨ ਹਰ ਸੋ ਆਣ ਮਿਲਾਵੈ। ਸੰਤ ਫਰਿਸ਼ਤੇ ਬਣ ਕੇ ਉਹਨਾਂ ਨੂੰ ਲਿਆ ਕੇ ਪਰਮੇਸ਼ਰ ਦੇ ਨਾਲ ਮਿਲਾ ਦਿੰਦੇ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਢੀਠ। ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਠ। ਗੁਰੂ ਦੇ ਚਰਨੀ ਲਾਇਆ ਪਾਉਂਦੇ ਨੇ ਕਿ ਜਿਹਦੇ ਤੋਂ ਮਹਾਰਾਜ ਦੀ ਪ੍ਰਾਪਤੀ ਹੁੰਦੀ। ਮਾਇਆ ਮੋਹ ਪਰਮ ਪਉ ਕਾਟੈ। ਸੋ ਸੰਤ ਜਨ ਉਹਦਾ ਮਾਇਆ ਦਾ ਮੋਹ, ਸਰੂਪ ਦਾ ਪਰਮ 7 ਪ੍ਰਕਾਰ ਦਾ ਡਰ ਕੱਟ ਦਿੰਦੇ। ਸੰਤ ਸਰਣ ਜੋ ਆਵੈ। ਜਿਹੜਾ ਵੀ ਪੁਰਸ਼ ਸੰਤ ਜਨਾਂ ਦੀ ਓਟ ਭਾਵ ਸੰਤਾਂ ਦੀ ਸੰਗਤ ਵਿੱਚ ਆ ਜਾਂਦਾ ਹੈ, ਉਂਝ ਤਾਂ ਜੇ ਆਪਾਂ ਇਕੱਲੇ ਰਹੀਏ ਤੇ ਬਹੁਤੀ ਬਾਣੀ ਪੜ੍ਹਨੀ ਪੈਂਦੀ, ਸੇਵਾ ਕਰਨੀ ਪੈਂਦੀ ਹੈ, ਉਨੀ ਸਾਥੋਂ ਹੁੰਦੀ ਨਹੀਂ। ਜੇ ਸੰਤਾਂ ਦੀ ਸੰਗਤ ਹੋ ਜਾਏ ਤਾਂ ਸਾਧ ਕੇ ਸੰਗ ਨਾਹੀ ਕਸ਼ਕਾਰ। ਦਰਸ਼ਨ ਭੇਟਤ ਹੋਤ ਨਿਹਾਲ। ਕਮਾਈ ਵੀ ਘੱਟ ਕਰਨੀ ਪੈਂਦੀ, ਕਮਾਈ ਤੋਂ ਬਗੈਰ ਹੀ ਮਹਾਰਾਜ ਨਾਲ ਉਹ ਮਿਲਾ ਦਿੰਦੇ ਨੇ। ਜੇ ਮਨੋਰਥ ਕਰ ਆਰਾਧੇ। ਕੋਈ ਦੁੱਧ ਲੈਣ ਆਏਗਾ, ਦੁੱਧ ਕੋਈ ਪੁੱਤ, ਉਹਨਾਂ ਨੂੰ ਪੁੱਤ ਚਾਰ ਪਦਾਰਥ ਜੇ ਕੋ ਮੰਗੈ, ਸਾਜਣਾ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ। ਜੇ ਕੋ ਆਪਣੀ ਸ਼ੋਭਾ ਲੋਰੈ, ਸਾਧ ਸੰਗੇ ਹਉਮੈ ਸ਼ੂਰੈ। ਜੇ ਕੋ ਜਨਮ ਮਰਨ ਦੇ ਡਰੈ, ਸਾਧ ਜਨਾਂ ਕੀ ਸਰਨੀ ਬਰੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂਗੇ ਬਲ ਬਲ ਜਸ। ਜਿਸ ਤਰ੍ਹਾਂ ਦਾ ਕੋਈ ਸੰਕਲਪ ਕਰਕੇ ਚੇਤੇ ਕਰਦਾ, ਸੋ ਸੰਤਨ ਤੇ ਪਾਵੈ। ਉਹ ਸੰਤ ਜਨਾਂ ਦੇ ਪਾਸੋਂ
ਫਲ ਪ੍ਰਾਪਤ ਕਰ ਲੈਂਦਾ ਹੈ। ਜਾਣ ਕੇ ਮਹਿਮਾ ਕੇਤਕ ਬਰਨਾ। ਇਹ ਭਾਈ ਉਹਨਾਂ ਸੰਤ ਜਨਾਂ ਦੀ ਮਹਿਮਾ ਵਡਿਆਈ ਕਿੰਨੀ ਕੁ ਵਰਣਨ ਕਰੀਏ। ਜੋ ਪ੍ਰਭ ਆਪਣੇ ਪਾਣੇ। ਜਿਹੜੇ ਸੰਤ ਜਨ ਆਪਣੇ ਪਰਮੇਸ਼ਰ ਨੂੰ ਭਾ ਗਏ ਨੇ। ਇੱਕ ਰਾਗੀ ਸਿੰਘ ਗੁਰਦੁਆਰਾ ਨਾਭਾ ਸਾਹਿਬ 2 ਮਹੀਨੇ ਇੱਥੇ ਜਥਾ ਰਹਿੰਦਾ। ਮਹਾਂਪੁਰਖ ਸਾਡੇ ਨਾਲ ਹੁੰਦੇ। ਇਸ ਇਲਾਕੇ ਦੇ ਵਿੱਚ ਪਿਆਸ ਬੜੇ ਹੁੰਦੇ ਨੇ, ਤੋ ਨਗਰ ਨਿਵਾਸੀਆਂ ਨਾਲ ਮਿਲ ਕੇ ਉਹਨੇ ਰਾਗੀ ਸਿੰਘ ਨੇ ਸਾਈਕਲ 'ਤੇ ਪਹਿਲੀ ਜ਼ਿਮੀਂਦਾਰਾਂ ਨੂੰ ਬੇਨਤੀਆਂ ਕਰਕੇ ਵੀ ਇਹ ਗੁਰੂ ਘਰ ਦੀ ਸੇਵਾ ਹੈ, ਬੋਰੀਆਂ ਦੀਆਂ ਬੋਰੀਆਂ ਪਿਆਜ਼ ਦੀਆਂ ਗਰਾਹੀ ਕਰਕੇ ਗੱਡੀਆਂ ਭਰ ਕੇ ਸਿੰਘਾਂ ਦੀ ਸੇਵਾ ਲਈ ਭੇਜਣੀਆਂ। ਲੰਗਰ ਪਾਣੀ ਦੀ ਸੇਵਾ ਆਪ ਘਰਾਂ 'ਚ ਜਾ ਕੇ ਸੰਗਤਾਂ ਨੂੰ ਬੇਨਤੀ ਕਰਨੀ, ਨਾਲ ਜਾ ਕੇ ਪ੍ਰਸ਼ਾਦ ਵਰਤਾਉਣਾ। 2 ਮਹੀਨੇ ਹੱਡ ਭੰਨ ਕੇ ਮਿਹਨਤ ਕਰਨੀ ਅਤੇ ਮਹਾਂਪੁਰਖ ਬੜੀਆਂ ਖੁਸ਼ੀਆਂ ਥਾਪੜੇ ਦੇਣ। ਉਹ ਮੈਂ ਹੁਣ ਇੱਥੇ ਮਿਲਿਆ ਕਾਫੀ ਚਿਰ, 15 ਸਾਲਾਂ ਬਾਅਦ। ਅਤੇ ਹੈ ਤਾਂ ਹੁਣ ਵੀ ਉਸੇ ਤਰ੍ਹਾਂ ਹੀ ਚੜ੍ਹਦੀ ਕਲਾ, ਕੀਰਤਨ ਉਸੇ ਤਰ੍ਹਾਂ ਹੀ ਹੈ, ਰਹਿਣੀ ਬਹਿਣੀ ਵੀ। ਉਹਨੇ ਆਪਦੀ ਜ਼ੁਬਾਨ ਤੋਂ ਮੰਨਿਆ ਵੀ ਮਹਾਂਪੁਰਖਾਂ ਦੀ ਸੇਵਾ ਕਰਕੇ ਅਤੇ ਪੈਲੀ ਤਾਂ ਥੋੜ੍ਹੀ ਹੋਈ ਸੀਗੀ, ਪਰ ਸਰਕਾਰੀ ਸਕੀਮ ਦੇ ਵਿੱਚ ਆਉਣ ਕਰਕੇ ਅਤੇ ਗੱਡੀਆਂ ਮੋਟਰਾਂ ਕੀ ਅਤੇ ਸਭ ਕੁਛ, ਕੋਠੀਆਂ ਕੀ, ਕਾਰਾਂ ਕੀ, ਕਿਸੇ ਚੀਜ਼ ਦਾ ਕਹਿੰਦੇ ਘਾਟਾ ਨਹੀਂ ਕਦੀ ਸੋਚਿਆ ਨਹੀਂ ਸੀ ਵੀ ਸਾਈਕਲ 'ਤੇ ਰਹਿਣ ਵਾਲੇ ਅਤੇ 2000 ਤਨਖਾਹ ਵਾਲੇ ਬੰਦੇ ਅਸੀਂ ਇੰਨਾ ਕੁਛ ਲੈ ਲਾਂਗੇ। ਤੋ ਇਸ ਵਾਸਤੇ ਵਿਣ ਸੇਵਾ ਫਲ ਕਬੂ ਨਾ ਪਾਵਸ, ਸੇਵਾ ਕਰਨੀ ਸਾਰੀ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਹ ਜਗ੍ਹਾ ਜਿੱਥੇ ਆਪ ਬੈਠੇ ਹੋ, ਇਸ ਜਗ੍ਹਾ ਦੇ ਵਿੱਚ ਨਾ ਤਾਂ ਪਾਣੀ ਹੈ ਅਤੇ ਨਾ ਹੀ ਕੋਈ ਉਪਜਾਊ ਸ਼ਕਤੀ ਹੈ, ਪਰ ਮਹਾਰਾਜ ਦੀ ਕਿਰਪਾ ਵੇਖੋ, ਮਿੱਟੀ ਨੂੰ ਰੱਬ ਨੇ ਸੋਨਾ ਬਣਾਤਾ, ਕੁਛ ਵੀ ਕਰਨ ਦੀ ਲੋੜ ਨਹੀਂ। ਅਤੇ ਇਸ ਵਾਸਤੇ ਸੋਨੇ ਨੇ ਕੀ ਬਰਾਬਰੀ ਕਰ ਲੈਣੀ ਸਾਡੀ ਇਸ ਧਰਤੀ ਦੀ। ਸ਼ਹੀਦਾਂ ਦਾ ਖੂਨ ਡੁੱਲਿਆ ਅਤੇ ਸੰਗਤਾਂ ਸੇਵਾ ਨਿਭਾਈ, ਅਤੇ ਕਿੰਨੀ ਵੇਖੋ ਚੜ੍ਹਦੀ ਕਲਾ ਹੈ। ਇਹ ਮੰਨਣਾ ਪਊਗਾ ਕਿਤੇ ਨਾ ਕਿਤੇ। ਜੋ ਪ੍ਰਭ ਆਪਣੇ ਭਾਣੇ। ਰੱਬ ਦੇ ਪਿਆਰਿਆਂ ਦੀ ਮਹਿਮਾ, ਸੰਗਤ ਦੀ ਵਡਿਆਈ ਕੀ ਆਖੀਏ, ਜਿਹੜੇ ਮਹਾਰਾਜ ਨੂੰ ਚੰਗੇ ਲੱਗੇ ਨੇ। ਕਹੋ ਨਾਨਕ ਜਿਨ ਸਤਿਗੁਰ ਭੇਟਿਆ। ਸਾਹਿਬ ਕਹਿੰਦੇ ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਗਿਆ ਹੈ, ਸੇ ਸਭ ਤੇ ਭਏ ਨਿਕਾਣੇ। ਉਹ ਸਭਨਾਂ ਦੀ ਕਾਣ ਕਨੋੜ ਤੋਂ ਰਹਿਤ ਬੇਪਰਵਾਹ ਹੋ ਗਏ ਨੇ। ਉਹਨਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈ। ਬਾਦਸ਼ਾਹ ਸਾ ਵਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ। ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੀਨੋ ਦਾਨ। ਸ਼ਰਨ ਪਰੇ ਪ੍ਰਭ ਅੰਤਰਜਾਮੀ, ਨਾਨਕ ਓਟ ਭਗਰੀ ਪ੍ਰਭ ਸੁਆਮੀ। ਭੁੱਲ ਚੁੱਕ ਮਾਫ ਕਰੋ ਜੀ, ਅੱਗੇ ਦੋ ਸਮਤ ਬਖਸ਼ੋ। ਜੀ ਮਨੋਰਥ ਕਾਰਿਆ ਰਾਧੇ, ਸੋ ਸੰਤਨ ਤੇ ਪਾਵੈ। ਕਹੋ ਨਾਨਕ ਜਨ ਕੀ ਮਹਿਮਾ ਕੇਤਕ ਬਰਨੋ, ਜੋ ਪ੍ਰਭ ਆਪਣੇ ਭਾਣੇ। ਕਹੋ ਨਾਨਕ ਜਿਨ ਸਤਿਗੁਰ ਭੇਟਿਆ, ਸੇ ਸਭ ਤੇ ਭਏ ਨਿਕਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਗਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ, ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਈ।